ਮੰਡੀਕਰਨ ਸੁਧਾਰ ਆਰਡੀਨੈਂਸ ਜਿਹੜਾ ਸੈਂਟਰ ਸਰਕਾਰ ਨੇ ਜਾਰੀ ਕੀਤਾ, ਮੁੱਖ ਤੌਰ ਤੇ सवाल ये है कि ये संघी प्रणाली की संघी घोषण का यतन नहीं है, क्योंकि जा रहा कॉन्स्टिट्यूशन के अनुसार भी इवें है कि सेहत, सिक्ख्या ते जिहड़ी खेतीबाड़ी है, ये तिन्ने आइटमां जिहड़ियां ने सूबा सरकारां दे नाल संबंधित ने। पर करोना के समय विच जिस ढंग दे नाल मोदी सरकार ने इन्हां सारियां जिहड़े मुद्दे ने उन्हां नूं अपने हत्थ विच लैके ਜਿਹੜਾ ਫੈਡਰਲ ਢਾਂਚਾ ਹੈ ਹਿੰਦੁਸਤਾਨ ਦਾ ਉਸਨੂੰ ਤਹਿਸ਼-ਨਹਿਸ਼ ਕਰਨ ਦਾ ਯਤਨ ਕੀਤਾ। ਇਸ ਮਸਲੇ ਬਾਰੇ ਅਸੀਂ ਸਾਰੇ ਆਪਣੀ ਰਾਏ ਜਿਹੜੀ ਆ ਤੁਹਾਡੀ ਸਾਰਿਆਂ ਦੀ ਜਾਣਨਾ ਚਾਹੁੰਦੇ ਆ, ਔਰ ਨਾਲ ਇਹ ਵੀ ਜਾਣਨਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਸਥਿਤੀ ਕਿਹੋ ਜਿਹੀ ਹੈ। ਦੂਸਰੇ ਨੰਬਰ ਤੇ 3 ਆਰਡੀਨੈਂਸ ਜਿਹੜੇ ਜਾਰੀ ਹੋਏ ਨੇ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਇਹ ਕਿਸਾਨ ਪੱਖੀ ਨੇ, ਕਿ ਸੱਚਮੁੱਚ ਇਹ ਕਿਸਾਨ ਪੱਖੀ ਸਾਬਤ ਹੋਣਗੇ ਜਾਂ ਕਾਰਪੋਰੇਟ ਸੈਕਟਰ ਜਿਹੜਾ ਹੈ ਪੰਜਾਬ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦੇਗਾ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਡੇ ਮਾਨਯੋਗ ਸ਼੍ਰੀ ਬਰਿੰਦਰ ਸ਼ਰਮਾ ਜੀ MP ਸਾਹਿਬ ਨੇ ਬਰਤਾਨੀਆ ਤੋਂ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਇਸ ਮਾਮਲੇ ਤੇ ਆਪਣੀ ਗੱਲਬਾਤ ਸਾਰਿਆਂ ਦੇ ਨਾਲ ਸਾਂਝੀ ਕਰਨ। ਸਾਰੇ ਜਿੰਨੇ ਵੀ ਸੱਜਣ ਕਾਲਮ ਨਵੀਸ ਹੋਰ ਦੋਸਤ ਮਿੱਤਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਜੀ ਆਇਆਂ। बहुत बहुत धन्यवाद राही साहब कि तुसी मैनू अज इस गोष्ठी दे विच मिलन दा मौका दिता, ते मेरे नाल साडे बहुत बड़े राइटर ते साडे ब्रिटेन दे एस बलवंत जी भी नाल ने, ते बाकी पंजाब तो खास तौर ते अपने इलाकों तो जिन्ने भी बुद्धिजीवी है उन्हां दे नाल मैनू फेस टू फेस गल करने दा मौका मिलिया। मैं एक गल इत्थे क्लीयर कर दियां कि असीं क्योंकि ब्रिटेन दे विच रहने आ, ब्रिटेन दे जिहड़े रियल इशूज है साडा मेन उन्हां ते असर हुंदा जां उन्हां ते असीं विचार वटांदरा ज्यादा खुल के कर सकते। जिथे तक मेरी लिमिटेड नॉलेज है भारत दे कॉन्स्टिट्यूशन बारे, क्योंकि मैं इत्थों जम्मिया पलिया ते इत्थों ही गया, ते इत्थे दे जिहड़ा सियासी ते कम्यूनिटी दा जिहड़ा एक रोल है उहदे विच मैं अपने विचार रखूंगा। ਅੱਜ ਜਿਹੜੀ ਚੇਂजेस ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੈਂਟਰ ਤੇ ਸਟੇਟ ਦਾ ਕਨਫਲਿਕਟ ਸ਼ੋ ਕਰਦਾ ਕਿ ਸੈਂਟਰ ਹਾਵੀ ਹੋ ਕੇ ਸਟੇਟਸ ਨੂੰ ਡਿਕਟੇਟ ਕਰਨੇ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਰਿਟਨ ਕਨਸਟੀਟਿਊਸ਼ਨ ਹੋਵੇ ਉਹਦੇ ਅਧਿਕਾਰਾਂ ਦੇ ਉੱਤੇ ਇੱਕ ਬਹੁਤ ਵੱਡਾ ਅਟੈਕ ਹੈ। ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਿੰਨੀ ਵੀ ਮੂਵ ਚੱਲ ਰਹੀ ਹੈ ਇਹ पावर स्ट्रगल है रादर दैन किसी आम लोगों की, किसानां दी, गरीब ते मजदूर दी जिहड़ी उन्हां ते एक किस्म दा अटैक है। मैं बहुत इहदे ते नहीं बोल सकता क्योंकि मैनू डे टू डे बेसिस दा नहीं नॉलेज, लेकिन मैं इन्ना महसूस जरूर सानू यकीन दिवाना चाहुंदा कि ब्रिटेन दे विच बैठे पंजाबी खास तौर ते पंजाब दे नाल दिलों जुड़े होए आ ते ਜਿਹੜੀਆਂ ਉੱਥੇ ਦੀਆਂ ਡੇਲੀ ਗਤੀਵਿਧੀਆਂ ਉਹਦੇ ਤੇ ਆਪਣਾ ਜ਼ਰੂਰ ਨਿਗਾਹ ਰੱਖਦੇ ਆ। ਅੱਜ ਦੀ ਸਿਚੁਏਸ਼ਨ ਦੇ ਵਿੱਚ ਪੰਜਾਬੀ ਭਾਈਚਾਰਾ ਬ੍ਰਿਟਨ ਦੇ ਵਿੱਚ ਇਹਦੇ ਤੇ ਬਹੁਤ ਹੀ ਪਰੇਸ਼ਾਨ ਹੈ ਕਿਉਂਕਿ ਅਸੀਂ ਗਲੋਬਲ ਇਕਨੋਮੀ ਤੇ ਗਲੋਬਲ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਹਾਂ ਤੇ ਮੈਨੂੰ ਆਸ ਹੈ ਕਿ ਇਹ ਮੈਸੇजेस ਜਿਹੜੇ ਤੁਹਾਡੀ ਗੋਸ਼ਟੀ ਹੈ ਇਹਦੇ ਰਾਹੀਂ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਕਿ ਆਪਣੇ ਅਧਿਕਾਰਾਂ ਦਾ ਕਿੱਦਾਂ ਰਖਵਾਲੀ ਕਰਨੀ ਹੈ ਉਹਦੇ ਤੇ ਅਸਰ ਹੋਊਗਾ। ਮੈਂ ਇੰਨਾ ਹੀ ਕਹਾਂਗਾ। ਇੱਕ ਵਾਰ ਮੈਂ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਨਾਲ ਹੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਂ ਬਹੁਤ ਸ਼ਾਰਟ ਟਾਈਮ ਲਈ ਨਾਲ ਆਂਗਾ ਕਿਉਂਕਿ ਸਾਡੇ ਅੱਜ ਇੱਥੇ ਲੋਕਲ ਇਸ਼ੂਜ਼ ਦੇ ਉੱਤੇ ਮੀਟਿੰਗ ਹੋ ਰਹੀ ਹੈ ਸਾਡੇ ਹਸਪੀਟਲ ਤੇ ਮੈਂ ਵਿੱਚੋਂ ਸ਼ਾਇਦ 5 to ਜਾਂ 10 to 12 ਚਲਾ ਜਾਵਾਂਗਾ। ਮੇਰੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਸ਼ੁਕਰੀਆ ਸ਼ਰਮਾ ਜੀ। ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਦੀਪਤੀ ਜੀ ਨੂੰ ਜਿਹੜੇ ਕਿ ਪੰਜਾਬੀ ਕਾਲਮ ਨਵੀਸ ਸੰਸਥਾ ਦੇ ਵਾਈਸ ਚੇਅਰਮੈਨ ਹਨ, ਉਹਨਾਂ ਨੂੰ ਬੇਨਤੀ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਡਾਕਟਰ ਦੀਪਤੀ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਬਹੁਤ ਦਿਨਾਂ ਬਾਅਦ ਮਿਲੇ ਆਪਾਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਤੇ ਜਿਸ ਤਰ੍ਹਾਂ ਕਿ ਤੁਸੀਂ ਸ਼ੁਰੂ ਦੇ ਵਿੱਚ ਜਿਹੜੀ ਗੱਲ ਕੀਤੀ ਵੀ ਜਿਹੜੇ 3 ਆਰਡੀਨੈਂਸ ਨੇ ਇਹ ਕਿਸਾਨ ਪੱਖੀ ਨੇ ਜਾਂ ਮਤਲਬ ਕਿ ਕਿਸਾਨ ਨੂੰ ਮਤਲਬ ਕਿ ਬਰਬਾਦ ਕਰਨ ਵਾਸਤੇ ਨੇ,
ਦੇਖੋ ਸਿੱਖਿਆ ਸਿਹਤ ਜਿਹੜੇ ਹੈਗੇ ਨੇ ਇਹ ਪਹਿਲਾਂ ਹੀ ਆਪਣੇ ਮੁੰਡੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇਹ ਰਾਜਾਂ ਦੇ ਹਿੱਸੇ ਆਏ ਹੋਏ ਆ, ਰਾਜਾਂ ਦੇ ਅਧਿਕਾਰ ਹੈਗੇ ਆ। ਐਗਰੀਕਲਚਰ ਵੀ ਉਸ ਵਿੱਚੋਂ ਹੀ ਹੈ। ਇਹ ਕਾਰਨ ਵੀ ਹੈਗਾ। ਦੇਖੋ ਤੁਸੀਂ ਇੱਕ ਸਿਹਤ ਦੇ ਪੱਖ ਤੋਂ ਜੇ ਅਸੀਂ ਕਹੀਏ, ਕਿਉਂਕਿ ਮੈਂ ਸਿਹਤ ਦਾ ਨਾਲ ਮਤਲਬ ਕਿ ਡਿਪਾਰਟਮੈਂਟ ਦਾ ਬੰਦਾ ਹੈਗਾ, ਤੇ ਸਿਹਤ ਦੇ ਪੱਖ ਤੋਂ ਮੈਂ ਕਹਿ ਸਕਦਾ ਕਿ ਸਿਹਤ ਜਿਹੜੀ ਹੈਗੀ ਹੈ ਸਾਡੇ ਸਾਰੇ ਹਿੰਦੁਸਤਾਨ ਦੇ ਵਿੱਚ ਇੱਕੋ ਪਸਾਰ ਨਹੀਂ ਹੋ ਸਕਦਾ। ਬਹੁਤ ਸਾਰੀਆਂ ਬਿਮਾਰੀਆਂ ਨੇ। ਦੌਰ ਹੈ ਇੱਕ ਤਰ੍ਹਾਂ ਨਾਲ ਜਨਤਕ ਅਦਾਰਿਆਂ ਦੀ ਲੁੱਟ ਦਾ ਦੌਰ ਹੈ ਜੀ, ਤੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਸਾਧਨਹੀਣ ਬਣਾਉਣ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਚਾਹੇ ਅਸੀਂ ਮੰਡੀਕਰਨ ਦੀ ਗੱਲ ਕਰ ਲਈਏ, ਚਾਹੇ ਅਸੀਂ ਬਿਜਲੀ ਦੀ ਗੱਲ ਕਰ ਲਈਏ, ਚਾਹੇ ਸਿਹਤ, ਸਿੱਖਿਆ ਅਤੇ ਰੇਲਵੇ ਦੇ ਨਿੱਜੀਕਰਨ ਦੀ ਗੱਲ ਕਰ ਲਈਏ। ਲੋਕਾਂ ਦੇ ਜਿਹੜੇ ਜਨਤਕ ਅਦਾਰੇ ਸੀ, ਜਿਨ੍ਹਾਂ ਨੂੰ ਪੀੜ੍ਹੀ ਦਰ ਪੀੜ੍ਹੀ ਇਸ ਧਰਤੀ ਦੇ ਲੋਕਾਂ ਨੇ ਆਪਣੇ ਖੂਨ ਨਾਲ, ਆਪਣੀ ਮਿਹਨਤ ਨਾਲ ਬਣਾਇਆ ਸੀ, ਉਹਨਾਂ ਨੂੰ ਇੱਕੋ ਹੀ ਸਰਕਾਰ, ਇੱਕੋ ਹੀ ਜਮਾਤ ਤੋਂ ਇੱਕ ਖਾਸ ਆਪਣੇ ਚਹੇਤਿਆਂ ਨੂੰ ਕਾਰਪੋਰੇਟ ਕੰਪਨੀ ਨੂੰ ਵੇਚ ਦਿੰਦੀ ਹੈ, ਤਾਂ ਇਹ ਇੱਕ ਤਰ੍ਹਾਂ ਨਾਲ ਸਾਰ ਲੋਕਾਂ ਨਾਲ ਬੇਇਨਸਾਫੀ ਹੈ। ਤੇ ਮੈਂ ਸਮਝਦਾ ਕਿ ਅੱਜ ਜਦੋਂ ਕੋਰੋਨਾ ਦਾ ਦੌਰ ਹੈ, ਇਸ ਕੋਰੋਨਾ ਦੇ ਦੌਰ ਦੇ ਵਿੱਚ ਜਦੋਂ ਲੋਕ ਸਦਮੇ ਵਿੱਚ ਨੇ, ਜਦੋਂ ਲੋਕ ਬਹੁਤ ਸਹਿਮ ਵਿੱਚ ਨੇ, ਤੇ ਜਿਹੜੀ ਨਿੱਜੀਕਰਨ ਦੀ ਜਿਹੜੀ ਸਗੋਂ ਰੋਕਿਆ ਜਾਣਾ ਚਾਹੀਦਾ, ਬਹੁਤ ਤੇਜ਼ੀ ਨਾਲ ਵਧਾਇਆ ਜਾ ਰਿਹਾ। ਤੋ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੀ ਕਿਸਾਨ ਮਾਰੂ, ਜਿਹਨੂੰ ਇਹ ਦੱਸਿਆ ਜਾ ਰਿਹਾ ਕਿ ਕਿਸਾਨ ਪੱਖੀ ਨੀਤੀਆਂ ਹੈ, ਉਹ ਹਕੀਕਤ ਵਿੱਚ ਕਿਸਾਨ ਮਾਰੂ ਨੀਤੀਆਂ ਨੇ। ਅੱਜ ਦਾ ਜਿਹੜਾ ਦੌਰ ਹੈ, ਮੈਂ ਸਮਝਦਾ ਉਹ ਇਹ ਦੌਰ ਹੈ ਕਿ ਜਿਹੜੇ ਸਾਡੇ ਸਟੇਟ ਨੇ, ਸਾਡੀਆਂ ਚਾਹੇ ਕਿ ਸਾਡੀ ਕੇਂਦਰ ਸਰਕਾਰ ਹੈ, ਸਾਡੀਆਂ ਸਟੇਟ ਸਰਕਾਰਾਂ ਨੇ, ਉਹ ਬਿਲਕੁਲ ਗਰੀਬ ਹੋ ਰਹੀਆਂ ਹੈ। ਉਹਨਾਂ ਦੇ ਜਿਹੜੇ ਖਜ਼ਾਨੇ ਖਾਲੀ ਹੋ ਰਿਹਾ, ਇਹਦੇ ਨਾਲ ਦੀ ਨਾਲ ਲੋਕ ਜਿਹੜੇ ਨੇ ਉਹ ਸਾਧਨਹੀਣ ਹੋ ਰਿਹਾ। ਲੋਕਾਂ ਦੇ ਵਿੱਚ ਜਿਹੜੀ ਗਰੀਬੀ ਦੀ ਦਰ ਹੈ ਉਹ ਵੱਧ ਰਹੀ ਹੈ, ਤੇ ਦੂਸਰੇ ਪਾਸੇ ਜਿਹੜੇ ਸਾਡੇ ਕਾਰਪੋਰੇਟ ਘਰਾਣੇ ਆ ਉਹ ਬਹੁਤ ਅਮੀਰ ਹੋ ਰਿਹਾ, ਤੇ ਉਹਨਾਂ ਦੇ ਵਿੱਚ ਲੋਕਾਂ ਤੇ ਇੱਕ ਤਰ੍ਹਾਂ ਨਾਲ ਕਾਰਪੋਰੇਟ ਦੇ ਦਰਮਿਆਨ ਜਿਹੜੀ ਵਿਚੋਲਗੀ ਦੀ ਜਿਹੜੀ ਵਿਚੋਲੇ ਵਾਲੀ ਜਿਹੜੀ ਇੱਕ ਤਰ੍ਹਾਂ ਨਾਲ ਰੋਲ ਅਦਾ ਕਰ ਰਿਹਾ ਸਾਡੇ ਨੇਤਾ ਲੋਕ, ਉਹ ਅਮੀਰ ਹੋ ਰਿਹਾ, ਕਾਰਪੋਰੇਟ ਘਰਾਣੇ ਅਮੀਰ ਹੋ ਰਿਹਾ, ਸਾਡੀਆਂ ਸਰਕਾਰਾਂ ਤੇ ਸਾਡੇ ਲੋਕ ਜਿਹੜੇ ਨੇ ਉਹ ਗਰੀਬ ਹੋ ਰਿਹਾ, ਤੇ ਸਾਡੇ ਸਮਾਜ ਦੀ ਹਾਲਤ ਜਿਹੜੀ ਉਹ ਦਿਨ ਬ ਦਿਨ ਹੋਰ ਨਿਕਲਦੀ ਜਾ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਸਾਨੂੰ ਲਿਖਣਾ ਚਾਹੀਦਾ, ਬੋਲਣਾ ਚਾਹੀਦਾ, ਆਵਾਜ਼ ਬੁਲੰਦ ਕਰਨੀ। ਪਰਵਿੰਦਰ ਜੀ ਮੈਂ ਖਿਮਾ ਚਾਹਾਂਗਾ, ਡਾਕਟਰ ਅਮਰਜੀਤ ਹੋਣਾ ਨੂੰ 2 ਮਿੰਟ ਬਾਹਰ ਬੁਲਾਉਂਦੇ ਆ। ਅਸੀਂ ਬੇਨਤੀ ਕਰਾਂਗੇ ਡਾਕਟਰ ਹਰਜਿੰਦਰ ਬਾਲੀਆ ਜੀ ਹੋਰਾਂ ਨੂੰ, ਕਿਉਂਕਿ ਉਹਨਾਂ ਨੇ ਅਗਲਾ ਪ੍ਰੋਗਰਾਮ ਲੈਣਾ ਹੈ, ਉਹ ਕਿਰਪਾ ਕਰਕੇ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਹਰਜਿੰਦਰ ਬਾਲੀਆ ਜੀ ਪਟਿਆਲਾ ਤੋਂ ਬੋਲ ਰਿਹਾ, ਉਹ ਇਧਰੋਂ ਮਿਊਟ ਕਰ ਲੈਣਾ। ਸਾਰੇ ਦੋਸਤ ਜਿਹੜੇ ਸਮੇਂ ਸਾਡੇ ਨਾਲ ਜੁੜੇ ਨੇ ਤੇ ਜਿਹੜੇ ਫਿਕਰਮੰਦ ਨੇ ਪੰਜਾਬ ਲਈ, ਸਭ ਨੂੰ ਮੈਂ ਸਤਿ ਸ੍ਰੀ ਅਕਾਲ ਕਹਿਣਾ। ਦੇਖੋ ਦੋਸਤੋ, ਗੱਲ ਇਹ ਹੈ ਕਿ ਇਹ ਤਿੰਨੇ ਆਰਡੀਨੈਂਸ ਦੇ ਨਾਂ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਰਡੀਨੈਂਸ ਕਿਉਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਇਸ ਕਰਕੇ ਰੱਖੀ ਗਈ ਸੀ ਕਿ ਜੇ ਕੋਈ ਹੰਗਾਮੀ ਹਾਲਤ ਹੈ, ਕੋਈ ਐਸੀ ਹਾਲਾਤ ਪੈਦਾ ਹੋ ਗਏ ਕਿ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ, ਬਹੁਤ ਜ਼ਰੂਰੀ ਹੈ, ਤੇ ਉਸ ਵੇਲੇ ਅਸੀਂ ਆਰਡੀਨੈਂਸ ਜਿਹੜੇ ਨੇ ਉਹ ਜਾਰੀ ਕਰਦੀ ਹੈ ਸਰਕਾਰਾਂ। ਤਾਂ ਹੁਣ ਆਰਡੀਨੈਂਸ ਤਿੰਨੇ ਜ਼ਰੂਰੀ, ਇਹਨਾਂ 'ਚ ਕੋਈ ਐਸੀ ਗੱਲ ਨਹੀਂ ਸੀ। ਜੇ ਬਿਜਲੀ ਸੋਧ ਬਿੱਲ ਨੂੰ ਇਹ ਰੌਲਾ ਨਾ ਪੈਂਦਾ ਤਾਂ ਉਹਦਾ ਵੀ ਆਰਡੀਨੈਂਸ ਜਾਰੀ ਹੋ ਜਾਣਾ ਸੀ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜਾ ਪ੍ਰਪੋਜ਼ਡ ਬਿੱਲ ਹੈ। ਹੁਣ ਚਾਹੇ ਪ੍ਰਪੋਜ਼ਡ ਬਿੱਲ ਸ਼ੁਰੂ ਤੋਂ ਲੈ ਕੇ ਆਪਾਂ ਜੇ 370 ਤੋਂ ਸ਼ੁਰੂ ਕਰ ਲਈਏ, ਜਦੋਂ ਦੀ ਸੈਕੰਡ ਫੇਜ਼ ਆਇਆ ਮੋਦੀ ਸਰਕਾਰ ਦਾ, ਉਦੋਂ ਤੋਂ ਲੈ ਕੇ ਹੁਣ ਤੱਕ ਕੱਲੇ ਆਈਟਮ ਜੇ ਆਪਾਂ ਦੇਖ ਰਹੇ ਹਾਂ ਤਾਂ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਹੈ ਕਿ ਸੰਘੀ ਢਾਂਚੇ ਨੂੰ ਹੌਲੀ ਕੱਟ ਕੀਤਾ ਜਾ ਰਿਹਾ ਹੈ, ਔਰ ਜਿਹੜੇ ਸਟੇਟ ਦੀਆਂ ਪਾਵਰਸ ਨੂੰ ਕੱਟ ਕੀਤਾ ਜਾ ਰਿਹਾ ਹੈ, ਸੰਘੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਗੱਲ ਲਗਾਤਾਰ ਹਰ ਥਾਂ ਤੇ ਸਾਨੂੰ ਨਜ਼ਰ ਆ ਰਹੀ ਹੈ। ਹੁਣ ਅਸੀਂ ਇਹਦੇ ਫਿਕਰਮੰਦ ਇਹਦੇ ਲਈ ਕਿਉਂ ਜ਼ਿਆਦਾ ਹੈ? ਇਹ ਜ਼ਿਆਦਾ ਸਾਡੇ ਲਈ ਹੈ ਕਿਉਂਕਿ ਸਿੱਧੇ ਤੌਰ ਤੇ ਇਹ ਸਾਡੀ ਕਿਸਾਨੀ ਤੇ ਮਾਰ ਕਰਦਾ ਹੈ। ਕਿਸਾਨੀ ਦੇਖੋ ਕੱਲਾ ਨਹੀਂ, ਜਦੋਂ ਆਪਾਂ ਇਹ ਕਹਿੰਦੇ ਨਾ, ਮੈਂ ਕਿਉਂਕਿ ਥੋੜੀ ਜਿਹੀ ਮੇਰੇ ਕੋਲ ਟਾਈਮ ਘੱਟ ਹੈ, ਪਰ ਮੈਂ ਜਿਹੜੀ ਗੱਲ ਦੱਸਣੀ ਚਾਹਣਾ ਉਹ ਇਹ ਹੈ, ਆਪਾਂ ਵਾਰ-ਵਾਰ ਇਹ ਕਹੀ ਜਾਂਦੇ ਆ MSP ਖਤਮ ਹੋ ਜੂ, MSP ਖਤਮ ਹੋ ਜੂ। ਸਾਨੂੰ MSP ਖਤਮ ਹੋਣ ਜਾਂ ਲਾਉਣਾ ਨਹੀਂ, ਉਹ ਠੀਕ ਕਹਿੰਦੇ ਹੋਣਗੇ ਕਿ MSP ਚੱਲਦਾ ਰਹੂਗਾ, ਪਰ ਰੌਲਾ ਇਹ ਹੈ ਕਿ ਖਰੀਦ ਗਰੰਟੀ ਖਤਮ ਹੋ ਜੂ। ਹੁਣ ਤੁਸੀਂ ਦੇਖੋ MSP ਦਾ ਹੋਰ ਬਹੁਤ ਮਸਲਾ ਦਾ
ਲੇਕਿਨ ਉਹਦੀ ਗਾਰੰਟੀ ਨਹੀਂ ਕੋਈ ਕਰਦਾ। ਤੇ ਮਤਲਬ ਜਿਹੜੀ ਫਸਲ ਦਾ MSP ਹੈ ਜਿਹੜੀ 1500-1700 ਜਾਣੀ ਚਾਹੀਦੀ 600 ਵਿਕੀ ਹੈ ਤੁਹਾਡੇ ਫਗਵਾੜੇ, ਉਹ ਕਿਉਂ ਜੀ 700 ਵਿਕ ਰਹੀ ਹੈ? ਇਹਦਾ ਮਤਲਬ ਖਰੀਦ ਗਾਰੰਟੀ ਤੇ ਸਾਨੂੰ ਡਰ ਹੈ, ਨੰਬਰ 1। ਨੰਬਰ 2 ਕਹਿ ਰਹੇ ਨੇ ਇੱਕ ਮੰਡੀ ਇੱਕ ਦੇਸ਼। ਉਹ ਭਾਈ ਇੱਕ ਮੰਡੀ ਇੱਕ ਦੇਸ਼ ਤਾਂ ਉਹ ਜੇ ਸਾਡੇ ਕੋਲ ਮੰਡੀ ਜਾਣ ਜੋਗਾ ਕੁਝ ਹੋਊ। 80% ਤਾਂ ਅਸੀਂ ਰੋਟੀ ਬਸਾ ਖਾਂਦੇ ਆ, ਅਸੀਂ ਕਿੱਥੋਂ ਲੈ ਜਾਵਾਂਗੇ ਚੱਕ ਕੇ? ਉਹ ਤਾਂ ਅਨਾਜ ਨੂੰ ਕਣਕ ਕਿੱਥੇ ਗਿਆ ਜੀ? ਫਲਾਣਾ ਸਿਓ ਕਣਕ ਸਿੱਟਣ ਗਿਆ, ਉਹ ਤਾਂ ਸਿੱਟ ਰਹੇ ਨੇ ਤੇ ਟ੍ਰੇਡਿੰਗ ਉਹਨਾਂ ਦੀ ਕਿੱਥੇ ਹੋ ਜੂ? ਮੈਂ ਤਾਂ ਬਹੁਤ ਵਾਰ ਇਹ ਗੱਲ ਵੀ ਕਹੀ ਹੈ, ਜਿਹੜੇ ਲੋਕ ਜਾਣਕਾਰ ਨੇ, ਜੇ ਸਵਾਮੀਨਾਥਨ ਨੂੰ ਹੂਬਹੂ ਲਾਗੂ ਵੀ ਕਰ ਦਈਏ ਤਾਂ ਵੀ ਛੋਟਾ ਕਿਸਾਨ ਰੋਟੀ ਖਾਣ ਜੋਗਾ ਨਹੀਂ ਹੁੰਦਾ, ਇੰਨੇ ਘਟ ਗਏ ਲਾਈਨ ਹੋਲਡਿੰਗਸ। ਤੋਂ ਇਹ ਸਾਰੇ ਹਾਲਾਤ ਦੇ ਵਿੱਚ ਕਰਨਾ ਕੀ ਹੈ? ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਮੈਂ ਆਪਣੀ ਗੱਲ ਖਤਮ ਕਰ ਲੂੰ। ਸਾਡੇ ਇੱਥੇ ਜਦੋਂ ਆ ਮਾਲ ਬਣਨੇ ਸੀ ਨਾ, ਉੱਥੇ ਇੱਕ ਦੁਕਾਨ ਛੋਟੀ ਸੀ। ਉਹ ਦੁਕਾਨ ਵਾਲੇ ਨੂੰ ਇਹ ਕਿਹਾ ਗਿਆ ਕਿ ਤੂੰ ਇਹ ਦੁਕਾਨ ਵੇਚਦੇ ਸਨ, ਅਸੀਂ ਇੱਥੇ ਇੱਕ ਵੱਡੀ ਦੁਕਾਨ ਸ਼ੋਰੂਮ ਬਣਾਉਣਾ। ਤੇ ਫਿਰ ਉਹਨੂੰ ਇਹ ਆਫਰ ਕੀਤੀ ਗਈ ਕਿ ਤੂੰ ਦੁਕਾਨ ਵੇਚਦੇ, ਤੈਨੂੰ ਇੰਨਾ ਪੈਸਾ ਦੇ ਰਹੇ ਆ, ਤੇ ਜੇ ਤੂੰ ਚਾਹੇ ਤਾਂ ਸਾਡੀ ਦੁਕਾਨ 'ਚ ਤੂੰ ਆ ਕੇ ਨੌਕਰੀ ਕਰ ਲੈ। ਜਿਹੜਾ ਦੁਕਾਨ ਦਾ ਮਾਲਕ ਸੀ ਉਸੇ ਥਾਂ ਤੇ ਜਾ ਕੇ ਨੌਕਰ ਬਣ ਗਿਆ। ਡਰ ਇਹ ਹੈ ਇਹ ਨਾ ਹੋਵੇ ਇਹ ਜਿਹੜਾ ਜ਼ਮੀਨ ਦਾ ਮਾਲਕ ਕਿਸਾਨ ਹੈ ਉੱਥੇ ਮਜ਼ਦੂਰ ਬਣ ਜੇ, ਜ਼ਮੀਨਾਂ ਵੀ ਖਰੀਦ ਲੈਣ ਔਰ ਉੱਥੇ ਮਜਬੂਰ ਕਰ ਦੇਣ ਉਹਨੂੰ ਜ਼ਮੀਨ ਖਰੀਦਣ ਲਈ, ਤੇ ਉੱਥੇ ਉਹ ਖੇਤ ਮਜ਼ਦੂਰ ਬਣ ਕੇ ਕੰਮ ਕਰੇ, ਜਿਹੜੀ ਕਦੇ ਵੀ ਉਹਨੂੰ ਨਹੀਂ ਮੇਰਾ ਖਿਆਲ ਹੈ ਉਹਦੀ ਜ਼ਮੀਰ ਉਹਨੂੰ ਆਗਿਆ ਦਿੰਦੀ। ਇਹ ਗੱਲ ਆਪਾਂ ਨੂੰ ਪਤਾ ਪੰਜਾਬ 'ਚ ਜੱਟ ਤੇ ਜ਼ਮੀਨ ਦਾ ਰਿਸ਼ਤਾ ਕੀ ਹੁੰਦਾ। ਸੋ ਇਹ ਸਾਰੇ ਹਾਲਾਤ ਦੇ ਵਿੱਚ ਆਪਾਂ ਨੂੰ ਤਿੰਨੇ ਆਰਡੀਨੈਂਸ ਸਮਝਣੇ ਚਾਹੀਦੇ ਨੇ। ਤੇ ਜਿਹੜੇ ਲੋਕ ਨਹੀਂ ਸਮਝਦੇ, ਮੈਂ ਕੋਈ ਪੋਲੀਟੀਕਲ ਬੰਦਾ ਨਹੀਂ, ਜੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੁਖਬੀਰ ਸਿੰਘ ਬਾਦਲ ਤੁਸੀਂ ਸੋਚ ਲਓ, ਤੁਸੀਂ ਇੱਕ ਛੋਟੀ ਜਿਹੀ ਕੁਰਸੀ ਲਈਏ ਕੀ ਕਰ ਰਹੇ ਹੋ, ਤੇ ਜਦੋਂ ਵੀ ਸੁਖਬੀਰ ਸਿੰਘ ਬਾਦਲ ਕਹੂਗਾ ਕਿ ਮੈਂ ਤਾਂ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ, ਉਹ ਭਾਈ ਤੈਨੂੰ ਕਿਹਨੇ ਰੋਕਿਆ ਕੁਰਬਾਨੀ ਕਰਨ ਨੂੰ? ਕਰ ਲੈ ਕੁਰਬਾਨੀ। ਗੱਲ ਤਾਂ ਇਹ ਹੈ ਕਿ ਅਸੀਂ ਕਿਤੇ ਵੀ ਜਿਹੜੇ ਲੋਕ ਇਹ ਕਹਿ ਰਹੇ ਨੇ ਸਿੰਸੀਅਰ ਹੋ ਕੇ ਨਹੀਂ ਸੋਚ ਰਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿੱਡੇ ਵੱਡੇ ਨੁਕਸਾਨ ਵੱਲ ਨੂੰ ਜਾ ਰਹੇ ਹਨ। ਬਹੁਤ ਸਾਰੇ ਲੋਕ ਪੋਲੀਟੀਕਲੀ ਸੋਚਦੇ ਨੇ, ਪਰ ਮੈਨੂੰ ਤਸੱਲੀ ਹੈ ਇਸ ਗੱਲ ਦੀ, ਖੁਸ਼ੀ ਨਹੀਂ ਹੈ, ਖੁਸ਼ੀ ਵਾਲੀ ਗੱਲ ਹੀ ਨਹੀਂ ਹੈ, ਤਸੱਲੀ ਹੈ ਕਿ ਤੁਸੀਂ ਸਾਰੇ ਲੋਕ ਜਿਹੜੇ ਬੁੱਧੀਜੀਵੀ ਇਕੱਠੇ ਹੋਏ ਹੋ, ਪੱਤਰਕਾਰ ਇਕੱਠੇ ਹੋ, ਕਾਲਮ ਨਵੀਸ ਇਕੱਠੇ ਹੋਏ, ਲੇਖਕ ਇਕੱਠੇ ਹੋ, ਤੁਸੀਂ ਇਹ ਸੋਚ ਰਹੇ ਹੋ ਤੇ ਲੱਗਦਾ ਹੈ ਪਬਲਿਕ ਓਪੀਨੀਅਨ ਬਣੂਗੀ। ਲੇਕਿਨ ਇੱਕ ਗੱਲ ਕੈਪਟਨ ਸਾਹਿਬ ਨੇ ਜਿਹੜੀ ਪਰਸੋਂ ਕਹੀ ਸੀ ਉਹਨੂੰ ਆਪਾਂ ਦੇਖੀਏ, ਸਾਡੇ ਕੋਲ ਸਟਰੈਂਥ ਨਹੀਂ ਹੈ, ਸਾਡੇ ਕੋਲ ਹਿੰਮਤ ਹੈ। ਇਹ ਗੱਲ ਉਹਨਾਂ ਦੀ ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸਾਡੇ ਕੋਲ 13 ਬੰਦੇ ਨੇ ਸਾਰੇ ਪਾਰਲੀਮੈਂਟ 'ਚ, ਅਸੀਂ ਕਰ ਕੀ ਸਕਦੇ ਆ? ਬਿਲਕੁਲ ਠੀਕ ਹੈ, ਲੇਕਿਨ ਦੂਜੇ ਪਾਸੇ ਸਾਡੇ ਕੋਲ ਹਿੰਮਤ ਹੈ। ਤੇ ਜੇ ਸਾਰੇ ਇਕੱਠੇ ਹੋ ਕੇ ਸਾਰੀਆਂ ਕਿਸਾਨ ਜਥੇਬੰਦੀਆਂ, ਮੇਰੇ ਨਾਲ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਹੈ, ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੇ ਲੋਕ ਇਹ ਵੀ ਮੰਨ ਜਾਣ ਜਿਹੜੇ ਕਹਿੰਦੇ ਨੇ ਕਿ ਅਸੀਂ ਕਿਸਾਨ ਦੇ ਤੇ ਪੰਥ ਦੇ ਹਿੱਤਾਂ ਲਈ ਗੱਲ ਕਰਦੇ, ਸਾਰੇ ਇਕੱਠੇ ਹੋ ਕੇ ਇੱਕ ਵਾਰੀ ਇਕੱਠੇ ਹਮਲਾ ਮਾਰਨ, ਹਿੰਮਤ ਦਿਖਾਉਣ, ਸ਼ਾਇਦ ਜਿਹੜੀ ਹੈ ਗੱਲ ਇਹ ਬਣ ਜੇ, ਨਹੀਂ ਤਾਂ ਫਿਰ ਬਹੁਤ ਮੁਸ਼ਕਲ ਵੱਲ ਨੂੰ ਆਪਾਂ ਵੱਧ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ। ਗੁਰਮੀਤ ਭਲਾਜੀ ਦਾ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਹੋਰਾਂ ਨੂੰ ਸਿਡਨੀ ਤੋਂ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। क्या बना लिया है तुमने अपने नगर का दस्तूर, क्या बना लिया है तुमने अपने नगर का दस्तूर, हम सीने से लगाते हैं तुम चले जाते हो दूर। मैं 2-4 ਲਾਈਨਾਂ ਲਿਖੀਆਂ ਸੀ ਜਿਹੜੀ ਸਾਡੀ ਆਲਰੇਡੀ ਸੁਸਾਈਡ ਹੋ ਰਹੇ ਨੇ ਕਿਸਾਨਾਂ ਦੇ ਵਿੱਚ, ਉਹਦੇ ਲਈ ਫਿਰ ਮੈਂ ਤੁਹਾਡੇ ਨਾਲ ਦੂਸਰੀ ਗੱਲ ਕਰਾਂਗਾ ਮੁੱਦੇ ਦੀ। जिंदगी तो पहले ही उनकी कब्रों में दफन कर दी गई थी, जिंदगी तो पहले ही उनकी कब्रों में दफन कर दी गई थी, मैंने तो अब ही हत्या को आत्महत्या कहा है। कितना आसान हो गया है आजकल दुर्नीति को नीति का नाम देकर नशर कर देना। कितना आसान हो गया है आजकल दुर्नीति को नीति का नाम देकर नशर कर देना। हत्या को आत्महत्या के फ्रेम में सजाकर रख लेना, हत्या को आत्महत्या के फ्रेम में सजाकर रख लेना। खेतों की संस्कृति तो पहले से ही खेतों में मर गई थी, हमारे खेतों की संस्कृति तो पहले ही खेतों में मर गई थी।
दफन हो गई थी हलों के फाल की लिपि से आड़ों में, और दफन हो गई थी हलों के फाल की लिपि से आड़ों में, रूहें तो पहले से ही बेलन में पिंज हो रही थी। रूहें तो पहले से ही बेलन में पिंज हो रही थी, उनको क्या जरूरत थी आत्महत्या करने की। जी जी, ਇਹ ਮੇਰੀ ਛੋਟੀ ਜਿਹੀ ਨਜ਼ਮ ਸੀ। ਮੈਂ ਤੁਹਾਨੂੰ ਜਿਹੜੇ ਆਰਡੀਨੈਂਸ ਪਾਸ ਹੋਏ ਨੇ ਉਹਨਾਂ ਵਿੱਚ ਇਹਨਾਂ ਨੇ ਬਹੁਤ ਕਿਹਾ ਹੈ, ਤੋਮਰ ਸਾਹਿਬ ਨੇ, ਕਿ ਜੀ ਮੰਡੀਕਰਨ ਵਿੱਚ ਸੁਧਾਰ ਲਿਆਵਾਂਗੇ, ਅਸੀਂ ਆਰਥਿਕ ਸੁਰੱਖਿਆ ਦੇਵਾਂਗੇ, ਸਿਕਿਉਰਿਟੀ ਕਿਸਾਨਾਂ ਨੂੰ, ਤੇ ਕਿਸਾਨਾਂ ਦੀ ਭਲਾਈ ਦੀ ਗੱਲ ਕਰ ਰਹੇ ਹਾਂ। ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਲੱਗਾ ਵੀ ਇਹ ਕਿਹੜੀ ਸਿਕਿਉਰਿਟੀ ਦੇ ਰਹੇ ਨੇ, ਕਿਹੜੀ ਮਹੱਤਵਪੂਰਨ ਗੱਲ ਹੈ। ਇਹਦੇ ਵਿੱਚ ਕੋਈ ਮੈਨੂੰ ਵੈਲਫੇਅਰ ਵਾਲੀ ਗੱਲ ਨਹੀਂ ਲੱਗੀ। ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਤੇ ਵੀ ਜਾ ਕੇ ਆਪਣੀ ਚੀਜ਼ ਵੇਚ ਸਕਦੇ ਆ ਦੇਸ਼ ਦੇ ਵਿੱਚ, ਇੱਕ ਦੇਸ਼ ਦੇ ਵਿੱਚ ਇੱਕ ਹੀ ਮੰਡੀ ਹੋਣੀ ਚਾਹੀਦੀ ਆ। ਤੁਸੀਂ ਦੱਸੋ ਆਪਣੇ ਵਿੱਚੋਂ ਜਿਹੜੇ ਹੈਗੇ ਨੇ ਕਿਸਾਨ, ਛੋਟੇ ਦਾ ਕਿਸਾਨ ਨੇ 2.5 ਏਕੜ ਵਾਲਾ ਕੀ ਪੈਦਾ ਕਰੂ, ਕੀ ਉਹ ਪ੍ਰੋਡਿਊਸ ਪੈਦਾ ਕਰੂ, ਕੀ ਆਪਣੇ ਕੋਲ ਰੱਖੂ, ਕੀ ਵੇਚਣ ਜਾਊਗਾ, ਕਿੱਥੇ ਵੇਚਣ ਜਾਊਗਾ। ਨੇੜਲੀ ਮੰਡੀ 'ਚ ਤਾਂ ਉਹ ਕਿਸੇ ਨੂੰ ਕਹਿਣਾ ਪੈਂਦਾ ਹੈਗਾ ਕਿ ਭਾਈ ਤੂੰ ਮੇਰੀ ਮਦਦ ਕਰ ਤੇ ਮੇਰੀ ਵੀ ਸੁੱਟ ਦੇ ਜੋ ਥੋੜੀ ਬਹੁਤੀ ਉਹਨੇ ਫਸਲ ਪੈਦਾ ਕੀਤੀ ਹੁੰਦੀ ਹੈ। ਇਸੇ ਤਰ੍ਹਾਂ ਇਹਨਾਂ ਨੇ ਕਿਹਾ ਜੀ ਈ ਟ੍ਰੇਡਿੰਗ ਕਰ ਲਾਂਗੇ, ਤੁਸੀਂ ਬਹੁਤ ਡਿਜੀਟਲ ਹੋ ਰਹੇ। ਅਸੀਂ ਇਹ ਬਾਹਰਲੇ ਕੰਟਰੀਜ਼ ਵਿੱਚ, ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਤੇ ਹੋਰ ਕਈ ਥਾਵਾਂ ਤੇ ਜਿਹੜੇ ਡਿਵੈਲਪਡ ਕੰਟਰੀ ਆ, ਉਹ ਇਹੋ ਜਿਹੀਆਂ ਨੀਤੀਆਂ ਖਤਮ ਹੋ ਚੁੱਕੀਆਂ, ਇਹ ਕਾਮਯਾਬ ਨਹੀਂ ਹੋਈਆਂ ਨੇ। ਮੈਂ ਹੁਣ ਗੱਲ ਬਾਰੀਆ ਸਾਹਿਬ ਬੋਲ ਰਹੇ ਸੀਗੇ ਅਸੀਂ ਇਕੱਠੇ ਹੋਈਏ ਪਾਰਲੀਮੈਂਟ 'ਚ, ਅਸੀਂ 13 ਜਣੇ ਆ। ਮੈਂ ਕਹਿੰਦਾ ਸਾਡੇ ਇੱਥੇ ਇੱਕ ਬੰਦਾ, ਇੱਕ MP ਸੀਗਾ ਇੰਡੀਪੈਂਡੈਂਟ, ਉਹ ਹੀ ਨਹੀਂ ਸੀ ਸਾਰੀ ਪਾਰਲੀਮੈਂਟ ਨੂੰ ਬੋਲਣ ਦਿੰਦਾ। ਇੱਕ ਬੰਦਾ ਬੋਲਣ ਵਾਲਾ ਹੋਵੇ। ਮੈਂ ਅੱਗੇ ਚੱਲ ਕੇ ਗੱਲ ਕਰਦਾ, ਇਹਨਾਂ ਨੇ ਕਿਹਾ ਜੀ ਅਸੀਂ ਵਿਸ਼ੇਸ਼ ਐਮਰਜੈਂਸੀ ਹਾਲਾਤ ਤੋਂ ਪੈਦਾ ਹੋਏ ਖੇਤੀ ਭੰਡਾਰਾਂ ਵਿੱਚ ਤੁਸੀਂ ਸਟੋਰ ਕਰ ਸਕਦੇ ਹੋ। 1-2.5 ਏਕੜ ਜਿਹੜੇ ਛੋਟੇ ਫਾਰਮਰ ਹੋਣਗੇ ਕਿੱਥੇ ਸਟੋਰ ਵਿਚਾਰੇ ਕਰ ਲੈਣਗੇ, ਉਹਨਾਂ ਕੋਲ ਕਿੰਨੀ ਕੁ ਜ਼ਰੂਰਤ ਹੁੰਦੀ ਹੈ, ਜਗ੍ਹਾ ਹੁੰਦੀ ਆ। ਇਹ ਤਾਂ ਜਿੱਦਾਂ ਤੁਸੀਂ ਪਹਿਲਾਂ ਕਿਹਾ ਹੈਗਾ, ਇੱਕ ਰੋਜ਼ਾਨਾ ਇਹ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਤਿਆਰ ਕਰ ਰਹੇ ਨੇ ਛੋਟੇ ਕਿਸਾਨਾਂ ਨੂੰ ਵੀ ਇਹ ਵੀ ਜਿਹੜੇ ਥੋੜੇ ਬਹੁਤੇ ਕੰਮ ਕਰਦੇ ਨੇ ਉਹ ਵੀ ਇਸ ਤੋਂ ਨਿਕਲ ਜਾਣ। ਇਸ ਕਈ ਆਊਟ ਹੋ ਚੁੱਕੇ, ਕਾਫੀ ਪਰਸੈਂਟੇਜ ਜਿਹੜੀ ਕਿਸਾਨਾਂ ਦੀ ਐਗਰੀਕਲਚਰ ਸੈਕਟਰ ਚੋਂ ਆਊਟ ਹੋ ਚੁੱਕੀ ਹੈਗੀ ਆ। ਇਹ ਕਿਤੇ ਰਹਿਣੇ ਨਹੀਂਗੇ ਜਾਂ ਕਈਆਂ ਦੇ ਤਾਂ। ਤੇ ਇਹਨਾਂ ਨੇ ਕੀ ਕੀਤਾ, ਸੰਵਿਧਾਨ ਦੇ ਵਿੱਚ ਜੋ ਕੁਛ ਵੀ ਇਹ ਕਰ ਸਕਦੇ ਸੀਗੇ, ਕਿਉਂਕਿ ਪਰ ਇਹਨਾਂ ਨੇ ਇਹ ਗਲਤੀ ਕੀਤੀ ਕਿ ਰਾਜਾਂ ਨੂੰ ਪੁੱਛਿਆ ਨਹੀਂ। ਇਹ ਲੈਣਾ ਚਾਹੀਦਾ, ਜੇ ਉਹ ਪੁੱਛਦੇ ਮੈਜੋਰਿਟੀ ਦਾ ਹੀ ਇਹੀ ਫਾਇਦਾ ਇਹ ਉਠਾ ਰਹੇ ਨੇ, ਉਠਾਇਆ। ਤੇ ਇਸੇ ਕਰਕੇ ਹੁਣ ਇਹ ਸਾਰੇ ਜੋ ਪਾਸ ਕਰ ਰਹੇ ਨੇ ਆਰਡੀਨੈਂਸ ਕੀਤਾ ਆ, ਕਰ ਦਿੱਤਾ, ਇਹ ਖੁਦਕਸ਼ੀਆਂ ਨਾਲ ਹੋਰ ਵਧੇਗਾ। ਹੋਰ ਅਸੀਂ ਦੇਖਣਾ ਕਿ ਹੋਰ ਇਹ ਜਿਹੇ ਹਾਲਾਤ ਬਣ ਰਹੇ ਨੇ ਕਿ ਲੋਕਾਂ ਨੇ ਹੋਰ ਉਹਨਾਂ ਦਾ ਬੁਰਾ ਹਾਲ ਹੋਣਾ ਹੈਗਾ। ਇਹਨਾਂ ਨੇ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ ਕਾਹਦੀ ਦੇਣੀ ਹੈ, ਇਹਨਾਂ ਨੇ ਤਾਂ ਉਹਨਾਂ ਨਾਲ ਸਾਰੇ ਹੱਕ ਖੋਲੇ ਨੇ ਜਿਹਨਾਂ ਲਈ ਤੁਸੀਂ ਲੜ ਰਹੇ ਆ, ਆਪਾਂ ਲੜ ਰਹੇ ਆ, ਕੱਲਾ ਮਿਹਰਬਾਨੀ ਡਾਕਟਰ ਸਾਹਿਬ। ਸਾਡੇ ਦਰਮਿਆਨ ਰਵਿੰਦਰ ਚੋੜ ਜੀ, ਪੰਨੂ ਜੀ, SS ਚੀਨਾ ਜੀ, GS ਗੁਰਦਿੱਤ ਜੀ, S ਬਲਵੰਤ ਜੀ, ਕੇਰ ਸ਼ਰੀਫ ਜੀ ਜਰਮਨ ਤੋਂ, ਵਿਕਰਮਜੀਤ ਸਿੰਘ ਜੀ ਔਰ ਕੁਲਦੀਪ ਕੁਮਾਰ ਜੀ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਹੈ। ਮੈਂ ਹੁਣ ਬੇਨਤੀ ਕਰਾਂਗਾ GS ਗੁਰਦਿੱਤ ਹੋਰਾਂ ਨੂੰ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। GS ਗੁਰਦਿੱਤ। ਹਾਂਜੀ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜੀ, ਉਹਦੇ 'ਚ ਮੇਰਾ ਇਹ ਕਹਿਣਾ ਕਿ ਦੇਖੋ ਜਿਹੜੀ ਇਹ ਭਾਜਪਾ ਦਾ ਜਿਵੇਂ ਇਸ ਵੇਲੇ ਸ਼ਾਸਨ ਚੱਲ ਰਿਹਾ ਹੈ, ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਜਪਾ ਇੱਕ ਸੱਜੇ ਪੱਖੀ ਪਾਰਟੀ ਹੈ। ਤਾਂ ਜਿਹੜੀ ਸੱਜੇ ਪੱਖੀ ਪਾਰਟੀ ਆ ਉਹਦੀਆਂ ਹਮੇਸ਼ਾ ਕੇਂਦਰਵਾਦੀ ਨੀਤੀਆਂ ਹੁੰਦੀਆਂ, ਸੋ ਸੈਂਟਰਲ ਉਹਦੀਆਂ ਪਾਲਿਸੀਜ਼ ਹੁੰਦੀਆਂ, ਸੋ ਉਹ ਹਰ ਚੀਜ਼ ਨੂੰ ਸੈਂਟਰਲਾਈਜ਼ ਕਰਨ ਦੇ ਚੱਕਰ ਵਿੱਚ ਹੈਗੀਆਂ। ਪਹਿਲੀ ਗੱਲ ਤਾਂ ਜਿਵੇਂ ਉਹਨਾਂ ਨੇ ਆਰਡੀਨੈਂਸ ਜਾਰੀ ਕੀਤਾ, ਤਾਂ ਉੱਥੋਂ ਵੀ ਆਪਾਂ ਨੂੰ ਇੱਕ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਅਸਲ ਵਿੱਚ ਜਿਹੜਾ ਇਹਨਾਂ ਮਾਮਲੇ, ਜਿਹੜੇ ਮਾਮਲੇ 'ਚ ਉਹਨਾਂ ਨੂੰ ਲੱਗਦਾ ਹੋਵੇ ਕਿ ਸ਼ਾਇਦ ਅਸੀਂ ਉੱਥੇ ਉਹ ਚੀਜ਼ ਨਹੀਂ ਕਰ ਸਕਾਂਗੇ ਜਿਹੜੀ ਕਰਨ ਦੀ ਲੋੜ ਹੈ, ਤਾਂ ਫਿਰ ਉਹ ਕੀ ਕਰਦੇ ਆ, ਉਹ ਆਰਡੀਨੈਂਸ ਵਾਲਾ ਰਸਤਾ ਅਪਣਾਉਂਦੇ। ਦੂਸਰੀ ਗੱਲ ਇਹ ਹੈ ਕਿ ਜਿਹੜਾ ਗਵਰਨਮੈਂਟ ਕੋਲੇ ਜਿਹੜਾ ਅੰਦਰ ਖਾਤੇ ਇੱਕ ਬਹਾਨਾ ਹੈਗਾ ਨਾ ਇਸ ਤਰ੍ਹਾਂ ਕਰਨ ਦਾ, ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਇਹ ਹੈਗਾ, ਉਹਦਾ ਸੰਬੰਧ ਹੈਗਾ ਜਿਹੜੀ ਨੈਸ਼ਨਲ ਇਨਕਮ ਦੇ ਨਾਲ। ਜਿਹੜਾ ਸਾਡੇ ਦੇਸ਼ ਦੇ ਤਕਰੀਬਨ ਕੋਈ 60% ਲੋਕ ਹੈ ਜਿਹੜੇ ਕਿ ਖੇਤੀ ਕਰਦੇ ਆ, ਜਿੰਨੇ ਵੀ ਸਾਡੀ ਆਬਾਦੀ ਹੈ ਤਕਰੀਬਨ 60% ਲੋਕ ਉਹ 'ਚੋਂ ਖੇਤੀ ਕਰਨ ਵਾਲੇ ਆ। ਪਰ ਜਿਹੜੀ ਸਾਡੀ ਨੈਸ਼ਨਲ ਇਨਕਮ ਹੈ ਉਹਦੇ ਵਿੱਚ ਖੇਤੀ ਦਾ ਹਿੱਸਾ ਸਿਰਫ 14% ਹੈ। ਇਸ ਵੇਲੇ ਸ਼ਾਇਦ 14 ਤੋਂ ਵੀ ਘੱਟ ਗਿਆ ਹੋਵੇ, ਨਹੀਂ ਤਕਰੀਬਨ 14%। ਸੋ ਜਦੋਂ 60% ਆਬਾਦੀ ਦੇਸ਼ ਦੀ ਆਮਦਨ ਵਿੱਚ ਸਿਰਫ
ਪਰਸੈਂਟ ਹਿੱਸਾ ਭਾਰੀ ਹੋਵੇ ਤਾਂ ਗਵਰਨਮੈਂਟ ਨੂੰ ਇਹੋ ਜਿਹੇ ਬਹਾਨੇ ਮਿਲਦੇ ਆ। ਉਹ ਫਿਰ ਇਦਾਂ ਦੇ ਬਹਾਨੇ ਚਾਹੁੰਦੀ ਕਿ ਇਸ ਆਬਾਦੀ ਨੂੰ ਇੱਧਰੋਂ ਕੱਢਿਆ ਜਾਵੇ, ਇਹ ਕਿਸੇ ਹੋਰ ਪਾਸੇ ਜਾਣ, ਤਾਂ ਕਿ ਖੇਤੀ ਇੱਕ ਕਮਾਊ ਸੈਕਟਰ ਬਣੇ ਸਰਕਾਰ ਵਾਸਤੇ ਵੀ, ਤੇ ਉਹਨਾਂ ਨੂੰ ਕਿਸਾਨਾਂ ਨੂੰ ਜ਼ਿਆਦਾ ਸਹੂਲਤਾਂ ਨਾ ਦੇਣੀਆਂ ਪੈਣ, ਵੱਡੇ ਵੱਡੇ ਜ਼ਿਮੀਂਦਾਰ ਹੋਣ ਤੇ ਉਹ ਉਹਨਾਂ ਦੇ ਢੰਗ ਨਾਲ ਮਸ਼ੀਨੀਕਰਨ ਹੋਵੇ ਜਿਵੇਂ ਕਿ ਸਰਕਾਰ ਤੋਂ। ਸੋ ਮੇਰਾ ਖਿਆਲ ਹੈ ਕਿ ਜਿਹੜਾ ਇਹ ਮਸਲਾ ਹੈਗਾ, ਇਹਦਾ ਸਾਡੇ ਕੋਲ ਜਿਹੜਾ ਅਸਲੀ ਸਹੀ ਢੰਗ ਦਾ ਹੱਲ ਉਹ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਕਿਵੇਂ ਵਧਾਈ ਜਾ ਸਕਦੀ ਹੈ। ਇਸ ਪਾਸੇ ਅਸੀਂ ਬਹੁਤ ਜ਼ਿਆਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜਿਹੜੇ ਸਾਡੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਜਿਹੜੇ ਸਾਡੇ ਮਾਹਰ ਹੈਗੇ ਆ, ਜਿਹੜੇ ਵੀ ਹੋਰ ਲੋਕ ਹੈ, ਉਹ ਇਹਨਾਂ ਚੀਜ਼ਾਂ ਤੇ ਵੱਧ ਤੋਂ ਵੱਧ ਕੰਮ ਕਰਨ ਤਾਂ ਕਿ ਅਸੀਂ ਆਪਣੇ ਕਿਸਾਨ ਨੂੰ ਮਜ਼ਬੂਤ ਬਣਾਈਏ। ਉਹਨੂੰ ਸਿਰਫ ਕਹਿਣ ਨਾਲ ਅੰਨਦਾਤਾ ਨਹੀਂ ਹੈ ਕਿ ਉਹ ਅੰਨਦਾਤਾ ਹੈ, ਉਹ ਅਸਲ ਵਿੱਚ ਅੰਨਦਾਤਾ ਹੋਵੇ, ਉਹ ਵਾਕਈ ਉਹ ਇਹ ਨਹੀਂ ਕਿ ਲੋਕਾਂ ਵਾਸਤੇ ਤਾਂ ਦਾਤਾ ਤੇ ਖੁਦ ਉਹਦੇ ਪੱਲੇ ਕੁਝ ਨਾ ਹੋਵੇ, ਖੁਦ ਉਹ ਖੁਦਕੁਸ਼ੀਆਂ ਕਰਨ ਦੇ ਰਾਹ ਤੇ ਹੋਵੇ, ਏਦਾਂ ਨਾ ਹੋਵੇ। ਜੇਕਰ ਇਹ ਚੀਜ਼ ਜਦੋਂ ਤੱਕ ਇਹ ਚੀਜ਼ ਰਹੇਗੀ ਉਦੋਂ ਤੱਕ ਸਰਕਾਰਾਂ ਨੂੰ ਇਦਾਂ ਦੇ ਬਹਾਨੇ ਮਿਲਦੇ ਰਹਿਣਗੇ ਕਿ 60% ਬੰਦੇ ਸਿਰਫ 14% ਆਮਦਨ ਦੇ ਰਹੇ ਆ ਤਾਂ ਸਰਕਾਰ ਨੂੰ ਇਹ ਬਹਾਨਾ ਮਿਲਿਆ ਹੋਇਆ। ਜੇਕਰ ਅਸੀਂ ਉਹਨਾਂ ਦੀ ਆਮਦਨ ਵਧਾਈਏ ਤਾਂ ਸਿਰਫ ਨਾਅਰੇਬਾਜ਼ੀ ਨਹੀਂ ਹੈ, ਜੇਕਰ ਅਸੀਂ ਆਮਦਨ ਵਧਾਈਏ ਫਿਰ ਕੋਈ ਗੱਲ ਬਣਨੀ ਹੈ, ਫਿਰ ਅਸੀਂ ਸਰਕਾਰ ਨੂੰ ਮਜਬੂਰ ਕਰ ਸਕਾਂਗੇ ਇਹੋ ਜਿਹੇ ਗਲਤ ਫੈਸਲੇ ਲੈਣ ਤੋਂ। ਬਹੁਤ ਬਹੁਤ ਮਿਹਰਬਾਨੀ। ਸੁਰਿੰਦਰ ਮਚਾਕੀ ਜੀ ਸਾਡੇ ਦਰਮਿਆਨ ਨੇ, ਕਿਉਂਕਿ ਸਾਡੇ ਕੋਲ 12-14 ਮਿੰਟ ਦਾ ਸਮਾਂ ਹੈ। ਮੈਂ ਕਨਕਲੂਡ ਕਰਨ ਲਈ ਐਸਐਲ ਚੀਨਾ ਜੀ ਹੋਰਾਂ ਨੂੰ ਬੇਨਤੀ ਕਰਨੀ ਹੈ ਅਖੀਰ ਦੇ ਵਿੱਚ, ਪਰ ਉਹਨਾਂ ਤੋਂ ਪਹਿਲਾਂ ਸਾਡੇ ਕੋਲ ਸੁਰਿੰਦਰ ਮਚਾਕੀ ਜੀ ਨੇ, ਉਹਨਾਂ ਨੂੰ ਬੇਨਤੀ ਕਿ ਉਹ ਆਪਣੀ ਗੱਲ ਕਰਨ ਸਾਡੇ ਨਾਲ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ। ਸਤਿ ਸ੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਤੁਸੀਂ ਇੱਕ ਅਹਿਮ ਮੁੱਦੇ ਦੇ ਉੱਤੇ ਕੋਈ ਸਾਂਝੀ ਰਾਏ ਕਾਇਮ ਕਰਨ ਲਈ ਦਾਨਸ਼ਵਰਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ। ਧੰਨਵਾਦ। ਕੁਝ ਦੋਸਤਾਂ ਨੇ ਇੱਥੇ ਚਰਚਾ ਕੀਤੀ ਹੈ। 3 ਆਰਡੀਨੈਂਸ ਜਾਰੀ ਕੀਤੇ ਨੇ ਕੇਂਦਰ ਸਰਕਾਰ ਨੇ ਜਿਹੜੇ ਖੇਤੀ ਨਾਲ ਸੰਬੰਧਿਤ ਨੇ, ਤੇ ਚੌਥਾ ਜਿਹੜਾ ਬਿੱਲ ਲਿਆਂਦਾ ਇਲੈਕਟ੍ਰਿਸਿਟੀ ਸੋਧ ਬਿੱਲ 2020, ਉਹ ਵੀ ਐਕਚੁਅਲੀ ਖੇਤੀ ਨਾਲ ਸੰਬੰਧਿਤ ਹੈ। ਐਗਰੀਕਲਚਰ ਦੀ ਆਪਾਂ ਗੱਲ ਕਰੀਏ, ਇਸ ਵੇਲੇ ਕਿਸਾਨੀ ਗੰਭੀਰ ਸੰਕਟ ਦੇ ਵਿੱਚ ਹੈ, ਔਰ ਇਸ ਸੰਕਟ ਚੋਂ ਕੱਢਣ ਲਈ 2 ਤਰ੍ਹਾਂ ਦੇ ਜਿਹੜੇ ਮਾਡਲ ਨੇ ਉਹ ਸੁਝਾਏ ਜਾ ਰਹੇ ਨੇ। ਇੱਕ ਮਾਡਲ ਉਹ ਜਿਹੜਾ ਕਿਸਾਨੀ ਨੂੰ ਕੋਆਪਰੇਟਿਵ ਫਾਰਮਿੰਗ ਵੱਲ ਲਿਜਾਂਦਾ ਹੈ, ਤੇ ਦੂਜਾ ਉਹ ਜਿਹੜਾ ਗਵਰਨਮੈਂਟ ਜਾਂ ਜਿਹੜਾ ਸਾਡਾ ਮੁਲਕ ਵਿੱਚ ਲਾਗੂ ਵਿਕਾਸ ਮਾਡਲ ਆ ਉਹ ਲਾਗੂ ਕਰਨਾ ਚਾਹੁੰਦਾ, ਉਹ ਹੈਗਾ ਕਾਰਪੋਰੇਟ ਮਾਡਲ। ਔਰ ਕਾਰਪੋਰੇਟ ਮਾਡਲ ਦੀ ਇਹ ਸੋਚੀ ਸਮਝੀ ਹੈ ਕਿ ਵੱਡੇ ਵੱਡੇ ਫਾਰਮ ਬਣਾ ਕੇ ਜ਼ਮੀਨ ਦਾ ਕੇਂਦਰੀਕਰਨ ਕੀਤਾ ਜਾਵੇ, ਔਰ ਉਹਦੇ ਵਿੱਚੋਂ ਇਹ ਸਾਰੀਆਂ ਪਾਲਿਸੀਆਂ ਨਿਕਲ ਰਹੀਆਂ ਨੇ। ਦੂਜੀ ਗੱਲ ਜਿਹੜੇ ਆਰਡੀਨੈਂਸ ਦੀ ਗੱਲ ਆ, ਆਰਡੀਨੈਂਸ 3 ਜਾਰੀ ਹੋਏ ਨੇ। ਤਿੰਨੇ ਆਰਡੀਨੈਂਸ ਇਹ ਖੇਤੀ ਨੂੰ ਜਿਹੜਾ ਹੈਗਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ। ਕਿਵੇਂ ਪ੍ਰਭਾਵਿਤ ਕਰਨਗੇ? ਇਹਦੇ ਵਿੱਚ ਇੱਕ ਬਹਿਸ ਇਹ ਚੱਲ ਰਹੀ ਹੈ ਕਿ ਮੰਡੀਕਰਨ ਦੀ ਜਿਹੜੀ ਮੌਜੂਦਾ ਵਿਵਸਥਾ ਹੈ ਉਹ ਖਤਮ ਕਰਕੇ ਕਾਰਪੋਰੇਟ ਮੰਡੀ ਦੀ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਨ੍ਹਾਂ ਸੂਬਿਆਂ ਦੇ ਵਿੱਚ ਮਾਰਕੀਟਿੰਗ ਸਿਸਟਮ ਲਾਗੂ ਹੈ, ਮੰਡੀਕਰਨ ਸਿਸਟਮ ਲਾਗੂ ਹੈ, ਉਹ ਤਹਿਸ ਨਹਿਸ ਹੋ ਜਾਏਗਾ, ਔਰ ਉਹਦਾ ਆਰਥਿਕ ਤੌਰ ਤੇ ਵੀ ਸੂਬਿਆਂ ਨੂੰ ਨੁਕਸਾਨ ਹੋਏਗਾ। ਪੰਜਾਬ ਦੇ ਮਾਮਲੇ 'ਚ ਕਿਹਾ ਜਾਂਦਾ ਕਿ 4800 ਕਰੋੜ ਰੁਪਇਆ ਜਿਹੜਾ ਮੰਡੀਕਰਨ ਮਾਲੀਏ ਫੀਸਾਂ ਤੋਂ ਇਕੱਠਾ ਹੁੰਦਾ, ਔਰ ਇਹ ਪਿੰਡਾਂ ਦੇ ਵਿਕਾਸ ਜਾਂ ਸੜਕਾਂ ਤੇ ਹੋਰ ਸਾਰੇ ਤੇ ਲੱਗਦਾ। ਜੇ ਇਹ ਨਾ ਇਕੱਠਾ ਹੋਇਆ ਤਾਂ ਇਹਦਾ ਅਲਟੀਮੇਟਲੀ ਪਿੰਡਾਂ ਨੂੰ ਨੁਕਸਾਨ ਹੋਏਗਾ। ਦੂਜੇ ਪਾਸੇ ਬਹਿਸ ਨੂੰ ਇਸ ਗੱਲ ਤੇ ਕੇਂਦਰਿਤ ਕੀਤਾ ਜਾ ਰਿਹਾ ਇਹਦੇ ਚ ਜਿਹੜੀ ਮੀਡੀਅਮ ਸਪੋਰਟਸ ਪ੍ਰਾਈਜ਼ ਹੈ ਉਹ ਰਹੇਗੀ ਜਾਂ ਖਤਮ ਹੋ ਜਾਏਗੀ। ਆਲਮੋਸਟ ਸੁੱਚਾ ਸਿੰਘ ਗਿੱਲ, ਐਸਐਸ ਚੀਨਾ ਤੇ ਰਣਜੀਤ ਸਿੰਘ, ਡਾਕਟਰ ਗਿਆਨ ਸਿੰਘ ਸਮੇਤ ਜਿੰਨੇ ਵੀ ਖੇਤੀ ਵਿਗਿਆਨੀ ਨੇ, ਅਰਥ ਸ਼ਾਸਤਰੀ ਨੇ, ਸਾਰੇ ਇਸ ਗੱਲ ਤੇ ਇੱਕ ਮਤ ਹੈ ਕਿ ਇਹ ਬਿਨਾਂ ਸ਼ੱਕ ਆਰਡੀਨੈਂਸ ਦੇ ਵਿੱਚ ਇੱਕ ਵਾਰ ਤਾਂ ਐਮਐਸਪੀ ਖਤਮ ਕਰਨ ਦੀ ਗੱਲ ਨਹੀਂ, ਪਰ ਜਿੰਨਾ ਚਿਰ ਜੇ ਦੀ ਗਰੰਟੀ ਖਰੀਦ ਦੀ ਖਤਮ ਹੋਊਗੀ ਔਰ ਕੇਂਦਰੀ ਖਰੀਦ ਏਜੰਸੀਆਂ ਹੌਲੀ ਹੌਲੀ ਮਾਰਕੀਟ ਚੋਂ ਗਾਇਬ ਹੋ ਗਈਆਂ ਤਾਂ ਅਲਟੀਮੇਟਲੀ ਐਮਐਸਪੀ ਦਾ ਕੋਈ ਮਤਲਬ ਨਹੀਂ ਰਹਿ ਜਾਣਾ। ਉਂਝ ਵੀ ਸ਼ਾਂਤਾ ਕੁਮਾਰ ਕਮਿਸ਼ਨ ਦੀ ਜਿਹੜੀ ਰਿਪੋਰਟ ਇਹ ਕਹਿੰਦੀ ਹੈ ਕਿ ਇਸ ਵੇਲੇ ਕੇਂਦਰ ਦੇ ਵਿੱਚ 2-3 ਸਾਲਾਂ ਤੋਂ ਵੱਧ ਜਿਹੜਾ ਰਾਖਵਾਂ ਭੋਜਨ ਭੰਡਾਰ ਪਿਆ ਹੈ, ਔਰ ਜਿਹੜੀ ਕੇਂਦਰੀ ਜਾਂਚ ਏਜੰਸੀਆਂ ਨੇ ਇਹਨਾਂ ਨੂੰ ਉਨੀ ਖਰੀਦ ਕਰਨੀ ਚਾਹੀਦੀ ਹੈ ਜਿੰਨੀ ਪੀਡੀਐਸ ਸਿਸਟਮ ਵਾਸਤੇ ਜਾਂ ਕੇਂਦਰੀ ਰਿਜ਼ਰਵ ਪੂਲ ਵਾਸਤੇ ਅਨਾਜ ਚਾਹੀਦਾ। ਇਸ ਤੋਂ ਜਿਹੜਾ ਵਾਫਰ ਜਿਹੜਾ ਅਨਾਜ ਹੈ ਉਹ ਜਿਹੜੇ ਪ੍ਰਾਈਵੇਟ ਏਜੰਸੀਆਂ ਖਰੀਦਣ, ਔਰ ਇਹਦੇ ਤੋਂ ਸਾਫ਼ ਸਪਸ਼ਟ ਹੈ ਕਿ ਹੌਲੀ ਹੌਲੀ ਮੁਲਕ ਦੇ ਵਿੱਚ ਜਿਹੜਾ ਖੇਤੀ ਸਿਸਟਮ ਆ ਮੰਡੀਕਰਨ ਦਾ
ਉਹ ਖਤਮ ਹੋ ਰਿਹਾ। ਦੂਜੇ ਪਾਸੇ ਕਈ ਮਹੀਨਿਆਂ ਦੇ ਵਿੱਚ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੀ ਗੱਲ ਹੈ। ਸੋ ਬੋਰੀਆਂ ਗੱਲਾਂ ਵਧੀਆ ਅਸੀਂ ਸੁਣ ਰਹੇ ਹਾਂ। ਮੈਂ ਕਿਉਂਕਿ ਸਮਾਂ ਥੋੜਾ ਹੈ ਸਾਡੇ ਕੋਲ, ਸਾਡੇ ਦਰਮਿਆਨ ਗਿਆਨ ਸਿੰਘ ਜੀ DPRO ਜੀ ਜੁੜ ਚੁੱਕੇ ਨੇ, ਜਗਦੀਸ਼ ਕਲਰੀਆ ਜੁੜ ਚੁੱਕੇ ਨੇ, ਜੀ ਮੈਂ ਸ਼ੇਖਰਾ ਜੀ ਸਾਡੇ ਦਰਮਿਆਨ ਨੇ। ਮੈਂ ਇਹਨਾਂ ਨੂੰ ਵੀ ਜੀ ਇਜਾਜ਼ਤ ਦਿਓ, ਮੈਂ 1 ਮਿੰਟ ਦੀ ਗੱਲ ਖਤਮ ਕਰਨੀ ਚਾਹੁੰਦਾ। ਜੀ ਕਰੋ ਜੀ। ਜਿਹੜਾ ਬਿਜਲੀ ਬੋਰਡ ਵਾਲਾ ਮਾਮਲਾ, ਬਿਜਲੀ ਇਲੈਕਟ੍ਰਿਸਿਟੀ 2020 ਬਿੱਲ ਹੈ, ਇਹ ਅਸਲ ਦੇ ਵਿੱਚ ਇਲੈਕਟ੍ਰਿਸਿਟੀ ਕਾਨੂੰਨ 2003 ਦਾ ਵਿਸਥਾਰ ਹੈ। ਔਰ ਜਿਹਦੇ ਵਿੱਚ ਕਿਉਂਕਿ ਜਿਹੜਾ ਖੇਤੀ ਹੈ, ਸਿੱਖਿਆ, ਸਿਹਤ ਹੈ, ਇਹ ਰਾਜਾਂ ਦਾ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਬਿਜਲੀ ਵੀ ਆਉਂਦੀ ਹੈ। ਤੇ ਜੇ ਅਸੀਂ ਖੇਤੀ ਦੇ ਜਿਹੜੇ ਆਰਡੀਨੈਂਸ ਨੇ ਇਹ ਮੰਨ ਕੇ ਚੱਲ ਰਹੇ ਹਾਂ ਕਿ ਸੰਘੀ ਢਾਂਚੇ ਨੂੰ ਚੋਟ ਪਹੁੰਚਾਉਣ ਵਾਲੀ ਗੱਲ ਹੈ, ਮੁਲਕ ਨੂੰ ਸੰਘੀ ਢਾਂਚੇ ਤੋਂ ਕੇਂਦਰੀ ਢਾਂਚੇ ਵੱਲ ਲਿਜਾਣ ਵਾਲੀ ਗੱਲ ਹੈ, ਔਰ ਕੇਂਦਰੀ ਢਾਂਚੇ ਤੋਂ ਵੀ ਜਿਹੜਾ ਆਪਾਂ ਮੰਨ ਲਈਏ ਤੇ ਇਹ 1 ਪਾਰਟੀ 2 ਪਾਰਟੀ ਸਿਸਟਮ ਤੇ ਫਿਰ 1 ਪਾਰਟੀ ਸਿਸਟਮ ਤੋਂ ਅੱਗੇ ਜਾ ਕੇ ਇੱਕ ਵਿਅਕਤੀਗਤ ਦੇ ਦੁਆਲੇ ਕੇਂਦਰਿਤ ਕਰਨ ਵਾਲੀ ਗੱਲ ਹੋ ਰਹੀ ਹੈ। ਤੇ ਜਿਹੜਾ ਇਲੈਕਟ੍ਰਿਸਿਟੀ ਬਿੱਲ ਹੈ ਉਹ ਵੀ ਇਸ ਪਾਸੇ ਜਾ ਰਿਹਾ। ਕੱਲ ਕੇਂਦਰੀ ਬਿਜਲੀ ਮੰਤਰੀ ਨੇ ਰਾਜ ਸਰਕਾਰਾਂ ਦੇ ਮੰਤਰੀਆਂ ਨਾਲ ਗੱਲ ਕੀਤੀ ਬਿਜਲੀ ਨਾਲ, ਔਰ ਪੌਣੀ ਦਰਜਨ ਦੇ ਲਗਭਗ ਰਾਜ ਦੇ ਕੇਂਦਰੀ ਰਾਜ ਦੇ ਜਿਹੜੇ ਬਿਜਲੀ ਮੰਤਰੀ ਹੈ ਉਹ ਸਹਿਮਤੀ ਪ੍ਰਗਟ ਕਰ ਚੁੱਕੇ ਨੇ ਇਸ ਬਿਜਲੀ ਬਿੱਲ ਨਾਲ। ਔਰ ਇਹਦੀ ਰੋਸ਼ਨੀ ਚ ਕੇਰ ਸ਼ਰੀਫ ਜੀ ਸਾਡੇ ਨਾਲ ਰੂਬਰੂ ਹੋਣਗੇ 1-2 ਮਿੰਟ ਲਈ ਜੀ। ਕੇਰ ਸ਼ਰੀਫ ਜੀ ਜਰਮਨੀ ਤੋਂ। ਅੱਛਾ, ਮੈਂ ਆਣਾ ਨਹੀਂ ਸੀ। ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਸਿਰਫ ਇੰਨਾ ਹੀ ਕਹਿਣਾ ਹੈ ਵੀ ਜਿਹੜੇ ਆਰਡੀਨੈਂਸ ਹੈ, ਆਵਾਜ਼ ਆ ਰਹੀ ਤੁਹਾਨੂੰ? ਜੀ ਹਾਂਜੀ ਆ ਰਹੀ। ਅੱਛਾ, ਜਿਹੜਾ ਇਹ ਆਰਡੀਨੈਂਸ ਆਏ ਆ, ਇਹ ਆਰਡੀਨੈਂਸ ਸੰਘੀ ਢਾਂਚੇ ਵੱਲੋਂ ਕਿਸਾਨਾਂ, ਮਜ਼ਦੂਰਾਂ, ਮਿਹਨਤਕਸ਼ਾਂ ਦੀ ਸੰਘੀ ਕੁੱਟਣ ਦਾ ਯਤਨ ਹੈ। ਜੇ ਇਹਦੇ ਖਿਲਾਫ ਪੂਰੇ ਤੌਰ ਤੇ ਨਾ ਲੜਿਆ ਗਿਆ ਜਾਂ ਫਿਰ ਹੁਣ ਟਾਂਡਿਆਂ ਵਾਲੀ ਬਚੂ ਜਾਂ ਭਾਂਡਿਆਂ ਵਾਲੀ ਬਚੂ, ਬਸ ਇੱਕੋ ਹੀ ਗੱਲ ਹੈ। ਬਾਕੀ ਮੈਂ ਕੁਝ ਨਹੀਂ ਕਹਿਣਾ। ਤੁਹਾਡਾ ਯਤਨ ਚੰਗਾ ਹੈ, ਪਰ ਮਿੰਟ ਤੁਹਾਡੇ ਕੋਲ ਬਹੁਤ ਘੱਟ ਨੇ। ਇਹ 2 ਘੰਟੇ ਘੱਟੋ ਘੱਟ ਤੁਸੀਂ ਰੱਖਿਆ ਕਰੋ ਤਾਂ ਕਿ ਕੋਈ ਗੱਲ ਪੂਰੀ ਤਾਂ ਕਹਿ ਸਕੇ। ਮੈਂ ਇੰਨਾ ਹੀ ਕਹਿਣਾ ਹੈ, ਬਾਕੀ ਮੈਂ ਸੁਣ ਲਈ ਬੈਠਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਚੰਗਾ ਯਤਨ ਹੈ। ਦੀਦਾਰ ਛੇਤਰਾ ਜੀ, ਦੀਦਾਰ ਛੇਤਰਾ। ਪਲਾਹੀ ਜੀ, ਬਹੁਤ ਵਧੀਆ ਉਪਰਾਲਾ ਤੁਹਾਡਾ। ਤੇ ਇਹ ਸੱਚੀ ਗੱਲ ਹੈ, ਜਿਹੜਾ ਕੇਰ ਸ਼ਰੀਫ ਦੀ ਗੱਲ ਹੈ ਕਿ ਇਹ ਜਿਹੜਾ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਾਲੇ ਜਿਹੜੇ ਹੁਣ ਸਾਡਾ ਬਹੁਤ ਖਤਰਨਾਕ ਪਾਸੇ ਨੂੰ ਵੱਧ ਰਿਹਾ ਆ। ਡਿਕਟੇਟਰਸ਼ਿਪ ਕਿਸਮ ਦੀ ਇਸ ਵੇਲੇ ਰਾਜਨੀਤੀ ਕੀਤੀ ਜਾ ਰਹੀ ਆ। ਪਲੀਜ਼ ਇਹਦੇ ਲਈ ਸਾਨੂੰ ਜਿਹੜੇ ਚਿੰਤਕ ਹਾਂ ਉਹਨਾਂ ਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਲੋਕਾਂ ਨੂੰ ਜਗਾਉਣ ਦੀ ਲੋੜ ਹੈ। ਬਸ ਇੰਨਾ ਹੀ ਕਰ। ਮਿਹਰਬਾਨੀ। ਸਾਡੇ ਦਰਮਿਆਨ ਵਿਕਰਮਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ, ਕੁਲਦੀਪ ਕੁਮਾਰ ਜੀ ਵੀ ਸਾਡੇ ਕਾਲਮਨਵੀਸ ਨੇ ਜੁੜ ਚੁੱਕੇ ਨੇ। ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਉੱਘੇ ਸ਼ਾਸਤਰੀ SS ਸ਼ੀਨਾ ਜੀ ਹੋਰਾਂ ਨੂੰ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਸ਼ੀਨਾ ਜੀ। ਧਿਆਨ ਨਾਲ ਸਾਰੀਆਂ ਗੱਲਾਂ ਸੁਣੀਆਂ ਨੇ, ਬੜਾ ਅੱਛਾ ਲੱਗਿਆ। ਬੜਾ ਮੁਬਾਰਕ ਦੇਣਾ ਪਲਾਈ ਜੀ ਨੂੰ, ਇਹਨਾਂ ਦਾ ਅੱਛਾ ਯਤਨ ਆ। ਸਭ ਤੋਂ ਪਹਿਲੀ ਗੱਲ ਇਹ ਆ ਕਿ ਆਰਡੀਨੈਂਸ ਉਦੋਂ ਪਾਸ ਕੀਤੇ ਜਾਂਦੇ ਆ ਜਦੋਂ ਪਾਰਲੀਮੈਂਟ ਦਾ ਸੈਸ਼ਨ ਨਾ ਹੋਣਾ ਹੋਏ। ਉਹਨਾਂ ਦੀ ਬੜੀ ਸਾਨੂੰ ਸਮਝ ਨਹੀਂ ਆਈ ਕਿ ਐਡੀ ਛੇਤੀ ਇਹਨਾਂ ਆਰਡੀਨੈਂਸਾਂ ਦੀ ਕੀ ਲੋੜ ਸੀ। ਦੂਸਰੀ ਗੱਲ ਹੈ ਕਿ ਆਰਡੀਨੈਂਸ ਵਿੱਚ ਮੁੱਖ ਗੱਲ ਇਹ ਕਹੀ ਗਈ ਕਿ ਪਹਿਲੀ ਵਾਰੀ ਕਿਸਾਨ ਨੂੰ ਆਜ਼ਾਦੀ ਮਿਲੀ ਆ, ਕਿਸਾਨ ਫ੍ਰੀ ਹੋਏਗਾ, ਆਪਣੀ ਫਸਲ ਜਿੱਥੇ ਮਰਜ਼ੀ ਮਿਲੇ ਬੇਸ਼ੱਕ ਬਾਹਰ ਹੋਰ ਵੀ ਕਰ ਲਏ। ਇਹਦੀ ਕੋਈ ਸਮਝ ਨਹੀਂ ਆ ਰਹੀ ਕਿ 83% ਦੀ ਕਿਸਾਨ ਸੀ ਉਹਨੇ ਜਿੰਨਾ ਕੋਈ ਮਾਰਕੀਟੇਬਲ ਫਸਲ ਸੀ ਨਹੀਂ, ਉਹ ਮੰਡੀ 'ਚ ਵੇਚਣ ਦੇ ਕਾਬਲ ਹੀ ਨਹੀਂ ਹੈਗੇ। ਤੇ ਅਸੀਂ ਕੀ ਮਹਿਸੂਸ ਕਰਦੇ ਆ, ਭਾਵੇਂ ਕਿੱਡਾ ਵੀ ਫਾਰਮ ਦਾ ਸਾਈਜ਼ ਹੋਏ, ਕੀ ਕੋਈ ਫਾਰਮਰ ਐਕਸਪੋਰਟ ਕਰ ਸਕਦਾ? ਇੱਕ ਸਿੰਗਲ ਫਾਰਮਰ ਵੀ ਬਾਹਰ ਐਕਸਪੋਰਟ ਨਹੀਂ ਕਰ ਸਕਦਾ, ਇਹ ਰਿਸਪੈਕਟਿਵ ਉਹਦਾ ਸਾਈਜ਼ ਆਫ ਫਾਰਮ ਕਿੰਨਾ ਹੈ। ਦੂਜੀ ਗੱਲ ਇਹਦੇ ਵਿੱਚ ਜੇ ਕੋਈ ਫਾਇਦਾ ਹੋ ਰਿਹਾ ਹੈ, ਕੋਈ ਵੀ ਕਿਸਾਨ ਆਪਣੀ ਫਸਲ ਨੂੰ ਬਜਾਏ ਸਟੋਰ ਕਰਨ ਦੇ ਛੇਤੀ ਤੋਂ ਛੇਤੀ ਵੇਚਣ ਦੀ ਕਾਹਲੀ ਕਰਦਾ ਹੈ। ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਹਿੰਦੁਸਤਾਨ ਅਨਾਜ ਵਾਸਤੇ ਬਾਹਰਲੇ ਮੁਲਕਾਂ ਤੇ ਨਿਰਭਰ ਕਰਦਾ ਸੀ, ਭਾਵੇਂ ਹੋਰ ਚੀਜ਼ਾਂ ਵੀ ਉਹਦੇ 'ਚ ਕੰਮ ਆਈਆਂ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸੀ ਉਹ ਇਹ ਆਈ ਕਿ ਗੌਰਮੈਂਟ ਨੇ ਆਪ ਕਣਕ ਤੇ ਝੋਨਾ ਖਰੀਦ ਕਰਨਾ ਸ਼ੁਰੂ ਕੀਤਾ। ਇਹੋ ਵਜ੍ਹਾ ਆ ਕਿ ਕਣਕ ਤੇ ਝੋਨੇ ਦੀ ਇੰਨੀ ਜ਼ਿਆਦਾ ਪ੍ਰੋਡਕਸ਼ਨ ਹੋਈ ਕਿ ਹੁਣ ਇੰਡੀਆ ਖੁਰਾਕ ਬਾਹਰੋਂ ਮੰਗਾਉਣ ਦੀ ਬਜਾਏ ਐਕਸਪੋਰਟਰ ਬਣਿਆ, ਜਦੋਂ ਕਿ ਬਾਕੀ ਕਿਸੇ ਹੋਰ ਚੀਜ਼ ਦੇ ਵਿੱਚ ਐਕਸਪੋਰਟਰ ਨਹੀਂ ਬਣਿਆ, ਕਿਉਂਕਿ ਉਹਨਾਂ ਦੀ ਸ਼ੋਰਟੀ ਨਹੀਂ ਹੈਗੀ ਕਿ ਉਹ ਚੀਜ਼ਾਂ ਖਰੀਦੀਆਂ ਜਾਣੀਆਂ ਨੇ ਜਾਂ ਨਹੀਂ ਖਰੀਦੀਆਂ ਜਾਣੀਆਂ ਨੇ। ਸੋ ਇਹਦਾ ਜੇ ਫਾਇਦਾ ਥੋੜਾ ਬਹੁਤਾ ਹੋਏਗਾ ਕਿ ਉਹ ਰਿਟੇਲਰ ਨੂੰ ਹੋਏਗਾ ਜਾਂ ਵਪਾਰੀ ਨੂੰ ਹੋਏਗਾ ਜਾਂ ਹੋਲਸੇਲਰ ਹੋਏਗਾ, ਕਿਸਾਨ ਨੂੰ ਇਹਦਾ ਫਾਇਦਾ ਕਿਤੇ ਨਜ਼ਰ ਨਹੀਂ ਆਉਂਦਾ।
ਇਹਦੇ ਬਾਅਦ ਜੇ ਅਸੀਂ ਜਿਹੜਾ ਆਮ ਇੱਕ ਖਦਸ਼ਾ ਪੈਦਾ ਕੀਤਾ ਜਾ ਰਿਹਾ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਖਤਮ ਕਰ ਦਿੱਤੀ ਜਾਣੀ ਹੈ, ਭਾਵੇਂ ਇਸ ਬਿੱਲ ਦੇ ਵਿੱਚ ਵੀ ਉਹੋ ਜਿਹੀ ਗੱਲ ਕੋਈ ਨਹੀਂ ਕਹੀ ਗਈ, ਪਰ ਜੇ ਪ੍ਰਾਈਵੇਟ ਮੰਡੀਆਂ ਨੂੰ ਜ਼ਿਆਦਾ ਖੁੱਲ੍ਹਾ ਦੇ ਦਿੱਤੀਆਂ ਗਈਆਂ, ਪ੍ਰਾਈਵੇਟ ਟੇਡਰ ਨੂੰ ਜ਼ਿਆਦਾ ਇਹਦੇ ਵਿੱਚ ਆਪਣਾ ਆਉਣ ਦਾ ਮੁਸੱਦੇ ਦਿੱਤੇ ਗਏ ਤੇ ਯਕੀਨਨ ਇਹਦੇ ਨਤੀਜੇ ਠੀਕ ਨਹੀਂ ਨਿਕਲਣਗੇ। ਜਿਸ ਤਰ੍ਹਾਂ ਅੱਜ ਕੱਲ੍ਹ ਵੀ ਗਵਰਨਮੈਂਟ ਵੱਲੋਂ ਸਾਲ ਦੇ ਵਿੱਚ ਕਈ ਫਸਲਾਂ ਦੀ ਕੀਮਤਾਂ ਅਨਾਉਂਸ ਕੀਤੀਆਂ ਜਾਂਦੀਆਂ ਨੇ, ਪਰ ਸਿਰਫ ਇਹ 2 ਫਸਲਾਂ ਹੀ ਨੇ ਜਿਨ੍ਹਾਂ ਨੂੰ ਸਰਕਾਰੀ ਤੌਰ ਤੇ ਕੀਤਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਝੋਨੇ ਦੇ ਵਿੱਚ ਤੇ ਕਣਕ ਦੇ ਵਿੱਚ ਏਰੀਆ ਘੱਟ ਨਹੀਂ ਰਿਹਾ, ਹਾਲਾਂਕਿ ਦੀ ਲੋੜ ਆ। ਜੇ ਏਰੀਆ ਹੋਰ ਵਧਾਉਣਾ ਹੈ ਤੇ ਇਹ ਉਸੇ ਤਰ੍ਹਾਂ ਹੀ ਜਿੱਦਾਂ ਕਣਕ ਦੇ ਝੋਨੇ ਦੀ ਖਰੀਦ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਹੋਰਨਾਂ ਫਸਲਾਂ ਦੀ ਖਰੀਦ ਵੀ ਕੀਤੀ ਜਾ ਸਕਦੀ ਜਾਣੀ ਚਾਹੀਦੀ ਆ। ਜਿਸ ਤਰ੍ਹਾਂ ਜਿਹੜੀਆਂ ਫਸਲਾਂ ਇੱਕ ਸਟੇਟ ਹੁੰਦੀਆਂ ਨੇ, ਸਟੇਟ ਗਵਰਨਮੈਂਟ ਨੂੰ ਨਾਲ ਪਾਰਟਨਰ ਬਣਾ ਕੇ ਚੀਜ਼ਾਂ ਖਰੀਦੀਆਂ ਜਾਣ, ਜ਼ਿਆਦਾ ਬਿਹਤਰ ਹੋਏਗਾ। ਕਿਸਾਨੀ ਦੀਆਂ ਮੁਸ਼ਕਲਾਂ ਦੂਰ ਕਰਨ ਵਾਸਤੇ ਸਟੇਟ ਕਦੀ ਵੀ ਇਹ ਗੱਲ ਨਾ ਸੋਚੇ ਕਿ ਉਹਨੇ ਮੰਡੀ ਵਿੱਚੋਂ ਨਿਕਲਣਾ, ਸਗੋਂ ਜ਼ਿਆਦਾ ਮੰਡੀ 'ਚ ਐਂਟਰ ਕਰੇ। ਕੋਆਪਰੇਟਿਵ ਫਾਰਮਿੰਗ ਨੂੰ ਜ਼ਿਆਦਾ ਵਿਕਸਿਤ ਕੀਤਾ ਜਾਏ। ਜਿਸ ਤਰ੍ਹਾਂ ਡੇਅਰੀ ਕੋਆਪਰੇਟਿਵ ਨੇ ਦੁਨੀਆ ਦੇ ਵਿੱਚ, ਹਿੰਦੁਸਤਾਨ ਵਿੱਚ ਬਹੁਤ ਵੱਡਾ ਫਾਇਦਾ ਕੀਤਾ ਹੈ, ਇਸੇ ਤਰ੍ਹਾਂ ਹੀ ਹੋਰਨਾਂ ਫਸਲਾਂ ਦੀਆਂ ਬਣਾ ਕੇ ਕਿਸਾਨ ਦਾ ਹਿੱਸਾ ਬਣਾਇਆ ਜਾਏ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਹੋਇਆ ਇਹ ਖਤਰੇ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਜੇ ਪ੍ਰਾਈਵੇਟ ਟ੍ਰੇਡਰ ਦੇ ਹੱਥਾਂ 'ਚ ਟੇਡ ਦੇ ਦਿੱਤਾ ਗਿਆ, ਕਿਸਾਨ ਆਪਣੀ ਟ੍ਰੇਡਰ ਦੀ ਮਰਜ਼ੀ ਤੇ ਹੋ ਗਿਆ, ਇਹਦੇ ਨਾਲ ਬਹੁਤ ਗੰਭੀਰ ਸਿੱਟੇ ਤੇ ਮਾੜੇ ਸਿੱਟੇ ਨਿਕਲਣਗੇ। ਸਟੇਟ ਨੂੰ ਹਮੇਸ਼ਾ ਹੀ ਸਰਕਾਰ ਨੂੰ ਖਰੀਦ ਜਿਹੜੀ ਜਾਰੀ ਰੱਖਣੀ ਚਾਹੀਦੀ ਹੈ। ਅਸੀਂ ਸਰਕਾਰ ਦੇ ਵਿੱਚ ਰੈਗੂਲੇਟਡ ਮਾਰਕੀਟਾਂ ਨੇ, ਫਿਰ ਉਸੇ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ। ਸੋ ਇਸ ਮੈਂ ਇਹ ਮਹਿਸੂਸ ਕਰਨਾ ਕਿ ਇਹਨੀ ਲੋੜ ਨਹੀਂ ਕਿ ਇਹਨਾਂ ਦਾ ਕਿਸਾਨ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ। ਇਹਦਾ ਜੇ ਕੋਈ ਫਾਇਦਾ ਥੋੜਾ ਬਹੁਤ ਹੋਏਗਾ ਤੇ ਵਪਾਰੀ ਨੂੰ ਹੋਏਗਾ। ਤੇ ਕਿਸਾਨਾਂ ਦਾ ਫਾਇਦਾ ਬਣਾਉਣ ਵਾਸਤੇ, ਵੈਲਫੇਅਰ ਬਣਾਉਣ ਵਾਸਤੇ ਇਹਦੇ ਵਾਸਤੇ ਕੋਆਪਰੇਟਿਵ ਨੀਤੀ ਤੇ ਸਰਕਾਰ ਦੀ ਦਖਲਅੰਦਾਜ਼ੀ ਜਿਹੜੀ ਹੈ ਉਹਦੀ ਬਹੁਤ ਜ਼ਰੂਰੀ ਰਹਿਣੀ ਚਾਹੀਦੀ। ਧੰਨਵਾਦ। ਬਹੁਤ ਮਿਹਰਬਾਨੀ ਸ਼ੀਨਾ ਜੀ। ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ ਹੈ। ਮੈਂ ਜਗਦੀਸ਼ ਕਲਰੀਆ ਹੋਣਗੇ ਜੀ। ਜਗਦੀਸ਼ ਕਲਾਰੀਆ, ਹੈਲੋ ਜਗਦੀਸ਼ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਪਹਿਲੀ ਵਾਰ ਜਨਾਬ ਅਕਾਲ ਮੰਡੀ ਸਮਾਜ ਦੀ ਜੋ ਬੈਠਕ ਹੈ ਵਿੱਚ ਜੁੜਿਆ, ਬਹੁਤ ਅੱਛਾ ਮਤਲਬ ਜੋ ਚਰਚਾ ਚੱਲ ਰਹੀ ਹੈਗੀ ਆਪਣੀ ਜੋ ਆਡੀਅנס ਨੂੰ ਵਿਚਾਰ ਸੁਣੇ, ਚੰਗੇ ਲੱਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਮੈਨੂੰ ਆਵਾਜ਼ ਕਲੀਅਰ ਨਹੀਂ ਹੈ ਸਰ। ਹੈਲੋ ਹਾਂਜੀ ਹਾਂਜੀ, ਗੱਲ ਕਰੋ ਜੀ। ਹਾਂਜੀ ਗੱਲ ਕਰੋ। ਪਲਾਈ ਜੀ, ਮੈਂ ਕਿਹਾ ਮੈਂ ਅੱਜ ਪਹਿਲੀ ਵਾਰ ਪੰਜਾਬ ਕਾਲਮ ਨਵੀਸ ਮੰਚ ਦੀ ਬੈਠਕ ਦੇ ਵਿੱਚ ਜੁੜਿਆ ਹਾਂ। ਮਿਹਰਬਾਨੀ ਜੀ। ਅੱਛਾ ਲੱਗਿਆ ਜੋ ਚਰਚਾ ਸੁਣੀ, ਵਿਦਵਾਨਾਂ ਦੇ ਵਿਚਾਰ ਸੁਣੇ, ਬਹੁਤ ਚੰਗਾ ਲੱਗਿਆ। ਬਹੁਤ ਬਹੁਤ ਵਧਾਈ, ਧੰਨਵਾਦ। ਮਿਹਰਬਾਨੀ ਜੀ। ਮੈਂ ਬੇਨਤੀ ਕਰਾਂਗਾ, ਲੰਡਨ ਤੋਂ ਸਾਡੇ ਦਰਮਿਆਨ ਇਸ ਬਲਵੰਤ ਜੀ ਜੁੜੇ ਨੇ, ਉਹ ਆਪਣੀ ਗੱਲ ਕਰਨਗੇ ਜੀ। ਇਸ ਬਲਵੰਤ ਜੀ। ਓਕੇ, ਮੈਨੂੰ ਬਹੁਤ ਅੱਛਾ ਲੱਗ ਰਿਹਾ ਜੀ, ਸਾਰੀਆਂ ਗੱਲਾਂ ਤੁਹਾਡੀਆਂ ਸੁਣ ਰਿਹਾ ਔਰ ਬਹੁਤ ਮੈਨੂੰ ਜਿਹੜੇ ਬੈਠੇ ਬੈਠੇ ਮਹਿਸੂਸ ਹੋ ਰਿਹਾ, ਹਾਲਾਂਕਿ ਮੇਰਾ ਇਹ ਸਬਜੈਕਟ ਨਹੀਂ ਹੈ। ਦੂਸਰੀ ਗੱਲ ਹੈ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਰਹਿ ਰਿਹਾ ਇੰਗਲੈਂਡ ਦੇ ਵਿੱਚ, ਤੇ ਇਸ ਕਰਕੇ ਉਹ ਥੋੜਾ ਜਿਹਾ ਪੂਰੀ ਸਾਰੀ ਖਬਰ ਨਹੀਂ ਮਿਲਦੀ, ਕਰਕੇ ਉਹਦਾ ਵਾਸਤਾ ਨਹੀਂ ਰਹਿੰਦਾ। ਪਰ ਮੇਰੀ ਆਪਣੀ ਜਿਹੜੀ ਰਾਏ ਆ ਉਹ ਇਹ ਹੈ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਔਰ ਸਭ ਤੋਂ ਜ਼ਰੂਰੀ ਇਹਦੇ 'ਚ ਹੈਗਾ ਜਿਹੜਾ ਅੱਜ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਹੈਲੋ ਜੀ ਜੀ, ਅੱਜ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਵਾਸਤੇ ਕੋਈ ਐਕਸ਼ਨ ਵੀ ਹੋਣਾ ਚਾਹੀਦਾ। ਕਿਉਂਕਿ ਜੇ ਅਸੀਂ ਗੱਲਾਂ ਕਰਕੇ ਅਖਬਾਰ 'ਚ ਖਬਰ ਛਾਪ ਕੇ ਚਲੇ ਗਏ, ਖਬਰ ਜਿਹੜੀ ਹੈ ਹੁਣ ਮੀਡੀਆ ਬਾਰੇ ਜੋ ਇਸ ਤੇ ਸਾਨੂੰ ਪਤਾ ਲੱਗਦਾ ਉਹੀ ਲੱਗਦਾ ਵੀ ਸਾਰਾ ਹੀ ਝੂਠਾ ਮੀਡੀਆ ਹੈ, ਔਰ ਝੂਠੇ ਮੀਡੀਆ ਦੇ ਵਿੱਚ ਕਿਹੜੀ ਖਬਰ ਕਿੱਥੇ ਛਾਪਣੀ ਕਿਹੜੀ ਨਹੀਂ ਛਾਪਣੀ। ਔਰ ਮੈਨੂੰ ਜਿਹੜੀ ਇੱਕ ਹੋਰ ਜਿਹੜੀ ਬਹੁਤ ਇੰਪੋਰਟੈਂਟ ਗੱਲ ਲੱਗਦੀ ਹੈ ਕਿ ਅਸੀਂ ਜ਼ਰੂਰ ਤਰੱਦਦ ਕਰਦੇ ਹਾਂ, ਅਸੀਂ ਗੱਲਾਂ ਕਰਦੇ ਹਾਂ, ਪਰ ਸਰਕਾਰ ਨੂੰ ਬਿਲਕੁਲ ਕੋਈ ਫਿਕਰ ਨਹੀਂ ਹੈ। ਜਦੋਂ ਕਰੋਨਾ ਆਇਆ ਸੀ ਉਸ ਵੇਲੇ ਅਮਰੀਕਨ ਪ੍ਰੈਜ਼ੀਡੈਂਟ ਆਇਆ ਹੋਇਆ ਸੀ, ਜਦੋਂ ਕਿ ਇਹਨੂੰ ਵਾਰਨਿੰਗ ਮਿਲ ਗਈ ਸੀ ਕਿ ਸਾਨੂੰ ਇਹ ਕਰੋਨਾ ਇੱਥੇ ਆਉਣ ਵਾਲਾ ਆ, ਤੇ ਉਹਨੂੰ ਪੋਸਟਪੋਨ ਕਰ ਸਕਦਾ ਸੀ ਉਹਦੀ ਮੀਟਿੰਗ, ਉਹਨੂੰ ਰਿਕੁਐਸਟ ਕਰ ਸਕਦਾ ਸੀ ਅੱਗੇ ਪਿੱਛੇ ਕਰ ਲੈ, ਤੇ ਕਿਉਂਕਿ ਏਡੀ ਵੱਡੀ ਵਿਪਤਾ ਆਣੀ ਸੀ, ਪਰ ਉਹਨੂੰ ਕੋਈ ਚਿੰਤਾ ਨਹੀਂ ਸੀ। ਇਸੇ ਤਰ੍ਹਾਂ ਹੀ ਇੱਥੇ ਹੋਰ ਬਾਕੀ ਸਾਰੀਆਂ ਗੱਲਾਂ ਨੇ, ਲੇਕਿਨ ਜੋ ਤੁਸੀਂ ਯਤਨ ਕਰ ਰਹੇ ਹੋ ਇਹਦਾ ਕੋਈ ਇਲਾਜ ਇਸ ਤਰ੍ਹਾਂ ਦਾ ਲੱਭੋ, ਕਿਉਂਕਿ ਹੁਣ ਜਿਹੜੀਆਂ ਹਰ ਵਾਰੀ ਤੁਸੀਂ ਵੋਟਾਂ ਪਾ ਦਿੰਦੇ ਆਪਾਂ ਪਾ ਦਿੰਦੇ ਉਹਨਾਂ ਨੂੰ,
ਔਰ ਉਹ ਵੋਟਾਂ ਦੇ ਨਾਲ ਉਹ ਜਿੱਤ ਜਾਂਦੇ ਨੇ, ਉਹਨਾਂ ਦੀ ਫੁੱਲ ਮੈਜੋਰਿਟੀ ਬਣ ਜਾਂਦੀ ਹੈ। ਉਹਨੂੰ ਜੋ ਮਰਜ਼ੀ ਚਲਾ ਲੈਣ, ਜੋ ਮਰਜ਼ੀ ਪਾਸ ਕਰ ਲੈਣ। ਆਰਡੀਨੈਂਸ ਇਹੋ ਜਿਹੀ ਇੰਨਾ ਵੱਡਾ ਮਸਲਾ ਹੈ ਬਿਜਲੀ ਦਾ ਔਰ ਖੇਤੀਬਾੜੀ ਦਾ, ਇਹ ਆਰਡੀਨੈਂਸ ਤਾਂ ਬਣਨੇ ਨਹੀਂ ਚਾਹੀਦੇ, ਇਸ ਪਾਰਲੀਮੈਂਟ 'ਚ ਡਿਸਕਸ ਹੋਣਾ ਚਾਹੀਦਾ ਔਰ ਕਿਹੜੇ ਅਧਿਕਾਰ ਕਿਹਦੇ ਕੋਲ ਰਹਿਣੇ ਚਾਹੀਦੇ ਨੇ ਜਾਂ ਕਿੱਦਾਂ ਇਹਨੂੰ ਇਸਤੇਮਾਲ ਕਰਨਾ ਚਾਹੀਦਾ। ਬਾਕੀ ਇੱਕ ਗੱਲ ਜਿਹੜੀ ਮੈਂ ਹੋਰ ਇੰਪੋਰਟੈਂਟ ਜਿਹੜੀ ਮੈਂ ਸੁਣੀ ਹੈ ਇੱਥੇ ਗੱਲਾਂ ਚੋਂ, ਉਹ ਹੈਗਾ ਕਿ ਅਸੀਂ ਕਿਸਾਨਾਂ ਨੂੰ ਗਾਈਡ ਕਰੀਏ। ਮੈਨੂੰ ਯਾਦ ਹੈ ਮੈਂ ਦਿੱਲੀ ਜਦੋਂ ਰਹਿੰਦਾ ਸੀ ਤਾਂ ਮੇਰੇ ਕੋਲ ਗੁਰਦਾਸਪੁਰ ਤੋਂ ਦੋਸਤ ਆਇਆ ਮੇਰਾ, ਇੱਕ ਦੋਸਤ ਦੇ ਨਾਲ, ਤੇ ਉਹਨੇ ਦੱਸਿਆ ਵੀ ਮੇਰੇ ਕੋਲ 1 ਏਕੜ ਜ਼ਮੀਨ ਆ ਤੇ ਮੈਂ 2 ਲੱਖ ਰੁਪਏ ਸਾਲ ਦੇ ਕਮਾਉਣਾ, 2 ਲੱਖ ਰੁਪਏ ਮਹੀਨੇ ਦੇ ਸ਼ਾਇਦ ਉਹਨੇ ਕਿਹਾ ਸੀ, ਹੁਣ ਮੈਨੂੰ ਫਿਕਰ ਯਾਦ ਨਹੀਂ ਹੈ। ਮੈਂ ਉਹਨੂੰ ਪੁੱਛਿਆ ਤੂੰ ਕੀ ਕਰਦਾ? ਕਹਿੰਦਾ ਮੈਂ ਮੱਛੀ ਪਾਲਣ ਕੀਤਾ ਹੋਇਆ ਹੈ, ਉੱਥੇ ਮੁਰਗੀ ਖਾਨਾ ਖੋਲਿਆ ਹੋਇਆ ਹੈ, ਉੱਥੇ ਫਲਾਨਾ ਖੋਲਿਆ ਹੈ, ਜਿਹੜੀ ਉਹਦੇ ਵਿੱਚ ਹੀ ਉਹਨੇ ਸਾਰੇ ਆਲਟਰਨੇਟਿਵ ਜਿਹੜੀਆਂ ਖੇਤੀਆਂ ਕਰ ਰਿਹਾ ਸੀ। ਤੇ ਅਸੀਂ ਸਿਰਫ 2 ਫਸਲਾਂ ਜਾਂ 3 ਫਸਲਾਂ ਬੀਜ ਕੇ ਸੌ ਜਾਂਦੇ ਆ। ਕਿਸਾਨ ਵੀ ਜਿਹੜਾ ਹੈ ਨਾ ਨਵੀਂ ਗੱਲਾਂ ਸਿੱਖਦਾ ਨਹੀਂ। ਅੱਜ ਦੁਨੀਆ ਦੇ ਵਿੱਚ ਕਿੰਨਾ ਕੁਝ ਐਕਸਪੋਰਟ ਹੋ ਰਿਹਾ ਹੁੰਦਾ, ਉੱਥੇ ਆ ਰਿਹਾ, ਇੰਗਲੈਂਡ 'ਚ ਖਾਸ ਕਰਕੇ ਆ ਰਿਹਾ, ਹੋਰ ਵੀ ਦੇਸ਼ਾਂ 'ਚ ਆ ਰਿਹਾ, ਫੁੱਲ ਆ ਰਹੇ ਆ, ਸਬਜ਼ੀਆਂ ਆ ਰਹੀਆਂ ਨੇ, ਹੋਰ ਚੀਜ਼ਾਂ ਆ ਰਹੀਆਂ ਨੇ। ਕਿਉਂ ਨਹੀਂ ਅਸੀਂ ਉਸ ਪਾਸੇ ਵੀ ਧਿਆਨ ਦਿੰਦੇ? ਜੇ ਖੁੱਲੀ ਮਾਰਕੀਟ ਕਰਦੇ ਆ ਤੇ ਇਹਦਾ ਆਲਟਰਨੇਟਿਵ ਵੀ ਲੱਭਣਾ ਚਾਹੀਦਾ ਸਾਨੂੰ ਕਿ ਅਗਰ ਸਪੋਜ਼ ਸਾਡੀ ਇਸ ਮੰਡੀ ਦੇ ਵਿੱਚ ਇਹ ਥਾਂ ਨਹੀਂ ਬਣਦੀ ਤਾਂ ਅਸੀਂ ਕੀ ਕਰਨਾ। ਹੋਰ ਮੇਰੇ ਖਿਆਲ ਟਾਈਮ ਬਹੁਤ ਥੋੜਾ ਹੈ, ਗੱਲਾਂ ਤਾਂ ਬਹੁਤ ਸਨ ਮੇਰੇ ਕੋਲ, ਪਰ ਮੈਨੂੰ ਲੱਗਦਾ ਕਿ ਮੈਂ ਇੱਥੇ ਖਤਮ ਕਰਦਾ ਤੇ ਆਪਾਂ ਕੋਈ ਹੋਰ ਚਾਹੀਦੀ ਗੱਲ ਸੁਣ ਲਈ ਗਈ ਜੀ। ਮੈਂ ਬੇਨਤੀ ਕਰਾਂਗਾ ਅੰਮ੍ਰਿਤਸਰ ਤੋਂ ਬਿਕਰਮਜੀਤ ਸਿੰਘ ਜੀ ਸਾਡੇ ਦਰਮਿਆਨ ਜੁੜੇ ਹੋਏ ਨੇ, ਪਰਮਜੀਤ ਸਿੰਘ ਮਾਨਸਾ ਵੀ ਜੁੜੇ ਹੋਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ। ਪਹਿਲਾਂ ਬਿਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਕਾਲਮ ਨਵੀਂ ਸਮਝ ਦੇ ਨਾਲ ਜੁੜੇ ਹੋਏ ਸਾਰੇ ਹੀ ਇਸ ਵਕਤ ਦਰਸ਼ਕਾਂ ਨੂੰ ਤੇ ਬਾਕੀ ਸਾਰੇ ਲੇਖਕਾਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਧੰਨਵਾਦ ਵੀ ਹੈ ਕਿ ਤੁਸੀਂ ਸਾਰੇ ਇੱਕ ਮੰਚ ਦੇ ਉੱਤੇ ਇਕੱਤਰ ਹੋ ਕੇ ਜੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹੋ। ਕੱਲਾ ਇਸ ਮੈਂ ਸਮਝਦਾ ਕਿ ਚਲੋ ਮੇਰਾ ਵੀ ਜਿਵੇਂ ਸ੍ਰੀ ਐਸ ਕੁਲਵੰਤ ਜੀ ਨੇ ਕਿਹਾ ਕਿ ਮੇਰਾ ਵਿਸ਼ਾ ਨਹੀਂ ਹੈ, ਪਰ ਫਿਰ ਵੀ ਇਸ ਵਿਸ਼ੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਆਰਡੀਨੈਂਸ ਜੇ ਸਰਕਾਰ ਕਿਸੇ ਕਿਸਮ ਦਾ ਵੀ ਲਿਆਉਂਦੀ ਹੈ ਤੇ ਉਹ ਜਿਵੇਂ ਕਿ ਸਾਹਮਣੇ ਆ ਰਿਹਾ ਕਿ ਲੋਕ ਮਾਰੂ ਜਾਂ ਲੋਕ ਹਿੱਤਾਂ ਵਿੱਚ ਨਹੀਂ ਹੁੰਦਾ, ਤਾਂ ਦੂਸਰੀ ਗੱਲ ਇਹ ਹੈ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਇਕੱਤਰ ਕਰਕੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਕਾਲਮ ਨਵੀਸ ਮੰਚ ਦਾ ਇੱਕ ਇਹ ਵੀ ਜਿਹੜਾ ਮੇਨ ਇੱਕ ਏਜੰਡਾ ਹੋਣਾ ਚਾਹੀਦਾ ਕਿ ਲੋਕਾਂ ਨੂੰ ਇਕੱਤਰ ਕੀਤਾ ਜਾਵੇ, ਲੋਕਾਂ ਨੂੰ ਖਾਸ ਕਰਕੇ ਜਾਗਰੂਕ ਕੀਤਾ ਜਾਵੇ ਇਸ ਚੀਜ਼ ਬਾਰੇ। ਕੱਲਾ ਸਾਡੇ 10-15 ਜਾਂ 20 ਜਣਿਆਂ ਦੇ ਨਾਲ ਜਿਹੜਾ ਵਾ ਉਹ ਹੀ ਸੰਬੰਧਿਤ ਨਾ ਰਵੇ। ਇਸ ਲਈ ਇਸ ਵਿਸ਼ੇ ਨੂੰ ਅਖਬਾਰਾਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ। ਪੰਜਾਬੀ ਕਾਲਮ ਨਵੀਂ ਸਮਝ ਦੇ ਰਾਹੀਂ ਜੇ ਇਹ ਆਵਾਜ਼ ਅੱਗੇ ਜਾਵੇਗੀ, ਇਹ ਗੱਲ ਅੱਗੇ ਜਾਵੇਗੀ ਤੇ ਬਹੁਤ ਹੀ ਵਧੀਆ ਹੋਵੇਗਾ। ਔਰ ਮਿਹਰਬਾਨੀ ਪੰਨੂ ਜੀ ਹੈ ਨਹੀਂ ਮੇਰੇ ਖਿਆਲ ਨਾਲ, ਡਿਸਕਨੈਕਟ ਹੋ ਗਿਆ ਜੀ ਉਹਨਾਂ ਦਾ। ਚੋਟ ਜੀ ਨੂੰ ਬੇਨਤੀ ਕਰਦੇ ਆ, ਰਵਿੰਦਰ ਚੋਟ ਜੀ। ਬਸ ਇਸੇ ਤਰ੍ਹਾਂ ਮੈਂ ਤਾਂ ਤੁਹਾਡਾ ਧੰਨਵਾਦ ਹੀ ਕਰਨਾ ਚਾਹੁੰਦਾ ਵੀ ਤੁਸੀਂ ਬਹੁਤ ਅੱਛਾ ਉਪਰਾਲਾ ਕੀਤਾ ਸਾਰਿਆਂ ਨੂੰ। ਜਿਸ ਤਰ੍ਹਾਂ ਆਪਾਂ ਉਸ ਤਰ੍ਹਾਂ ਇਕੱਠੇ ਨਹੀਂ ਹੋ ਸਕਦੇ ਤੇ ਇਸ ਤਰ੍ਹਾਂ ਆਪਾਂ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕੀਤਾ ਆ ਤੇ ਔਰ ਅੱਗੇ ਵੀ ਕਰਦੇ ਰਹੀਏ ਤਾਂ ਚੰਗੀ ਗੱਲ ਹੈ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਮਿਹਰਬਾਨੀ ਜੀ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਮੱਖਣ ਕੁਹਾੜ ਹੋਰਾਂ ਨੂੰ ਕਿ ਉਹ ਇਹ ਸਾਰੇ ਮਾਮਲੇ ਨੂੰ ਕਨਕਲੂਡ ਕਰਨ। ਮੱਖਣ ਕੁਹਾੜ ਜੀ। ਰੋਟੀ ਕੱਪੜਾ ਮਕਾਨ ਬੁਨਿਆਦੀ ਵਸਤਾਂ ਗਿਣੀਆਂ ਗਈਆਂ ਸੀ, ਮਨੁੱਖ ਦੀਆਂ ਬੁਨਿਆਦੀ ਲੋੜਾਂ। ਇਹਦੇ ਨਾਲ UNO ਦੀ ਹਮਾਇਤ ਨਾਲ ਬਿਜਲੀ, ਪਾਣੀ, ਸਿਹਤ ਤੇ ਸਿੱਖਿਆ, ਇਹ ਵੀ 4 ਜੋੜ ਕੇ 7 ਬੁਨਿਆਦੀ ਚੀਜ਼ਾਂ ਬਣਾਈਆਂ ਗਈਆਂ ਨੇ ਹੁਣ ਬੁਨਿਆਦੀ ਲੋੜਾਂ ਨੇ। ਸਰਕਾਰ ਪਹਿਲਾਂ ਤਾਂ ਜਿਹੜੇ ਬੁਨਿਆਦੀ ਲੋੜਾਂ 3 ਸੀ, ਰੋਟੀ ਕੱਪੜਾ ਮਕਾਨ, ਸਰਕਾਰ ਭੱਜ ਗਈ, ਲੋਕਾਂ ਦੀ ਆਪਣੇ ਰਹਿਮੋ ਕਰਮ ਤੇ ਛੱਡ ਦਿੱਤਾ। ਸਿਹਤ ਤੇ ਸਿੱਖਿਆ ਤੋਂ ਭੱਜ ਗਈ, ਇਹਦਾ ਨਿੱਜੀਕਰਨ ਕਰ ਦਿੱਤਾ। ਹੁਣ ਬਿਜਲੀ ਦਾ ਤੇ ਖੇਤੀਬਾੜੀ ਦਾ ਮੁਕੰਮਲ ਨਿੱਜੀਕਰਨ ਕਰਨ ਜਾ ਰਹੀ ਆ। ਇੱਕ ਤੇ ਸਭ ਤੋਂ ਵੱਡਾ ਖਤਰਾ, ਸਭ ਤੋਂ ਵੱਡਾ ਚੈਲੰਜ ਲੋਕਾਂ ਦੇ ਸਾਹਮਣੇ ਇਹ ਆ। ਦੂਸਰਾ ਸਾਡੇ ਸਾਹਮਣੇ ਇਹ ਆ ਗਿਆ ਕਿ ਸਾਡੀਆਂ ਸਾਰੀਆਂ ਪਾਵਰਾਂ ਜਦੋਂ ਲੜਦੇ ਰਹੇ ਆ ਬਹੁਤ ਅਸੀਂ ਕਿ ਮੋਰ ਪਾਵਰ ਟੂ ਸਟੇਟ ਦਿੱਤੀਆਂ ਜਾਣ, ਅੱਜ ਮੋਰ ਪਾਵਰ ਟੂ ਸਟੇਟ ਦੇਣ ਦੀ ਥਾਂ ਤੇ ਸਾਰੀਆਂ ਪਾਵਰਾਂ ਕੇਂਦਰੀਕਰਨ ਕੀਤਾ ਜਾ ਰਹੀਆਂ, ਸਾਰੀਆਂ ਸ਼ਕਤੀਆਂ ਦਾ। ਸਿੱਖਿਆ ਵੀ ਸਰਕਾਰ ਨੇ ਆਪਣੇ ਅਧਿਕਾਰ ਸਾਂਝੀ ਸੂਚੀ ਚ ਪਾ ਕੇ ਆਪਣੇ ਲੈ ਲਈ, ਸਿਹਤ ਵੀ ਲੈ ਲਈ, ਹੁਣ ਬਿਜਲੀ ਵੀ ਤੇ ਖੇਤੀਬਾੜੀ ਵੀ ਆਪਣੇ ਅਧਿਕਾਰ ਥੱਲੇ ਲਈ ਜਾ ਰਹੀ ਆ। ਇਸ ਨਾਲ ਕਿਸਾਨਾਂ ਦਾ, ਪੰਜਾਬੀ ਲੋਕਾਂ ਦਾ, ਆਮ ਹਿੰਦੁਸਤਾਨ ਦੇ ਕਿਸਾਨਾਂ ਦਾ ਬਹੁਤ ਬੁਰਾ ਹਾਲਤ ਹੋਵੇਗਾ। ਔਰ ਜਿਹੜੇ 3 ਆਰਡੀਨੈਂਸਾਂ ਦਾ ਜੇ ਵਿਸ਼ਲੇਸ਼ਣ ਕਰੀਏ ਤੇ ਪਹਿਲਾ ਆਰਡੀਨੈਂਸ
हाँ ਜਿਹੜਾ ਪਾਲਾ ਆਰਡੀਨੈਂਸ ਆਪਣੀ ਵਸਤ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ, ਬਹੁਤ ਖਤਰਨਾਕ। ਇਹ ਕੋਈ ਮੈਣਾ ਨਹੀਂ ਕਹਿੰਦੇ ਜਾ ਕੇ ਕਿਤੇ ਵੇਚਣੀ ਆ। ਇਹ ਤੇ ਇਸ ਤਰ੍ਹਾਂ ਵਾ ਜਿਵੇਂ ਕੋਈ ਸਾਰੇ ਆਪਣੇ ਕਬੂਤਰਾਂ ਚਿੜੀਆਂ ਸਾਰਿਆਂ ਨੂੰ ਛੱਡ ਦੇਵੇ ਜੰਗਲ ਵਿੱਚ, ਆਖੇ ਵੀ ਇਹ ਤੁਸੀਂ ਆਪਣੇ ਰਹਿਮੋ ਕਰਮ ਤੇ ਰਵੇ, ਜਿੱਥੇ ਸ਼ਿਕਰੇ ਵੀ ਨੇ, ਜਿੱਥੇ ਉੱਲੂ ਵੀ ਨੇ ਤੇ ਜਿੱਥੇ ਬਾਜ ਵੀ ਨੇ, ਕਿੱਦਾਂ ਬਾਜਣਗੇ ਚਿੜੀਆਂ ਘੁੱਗੀਆਂ। ਇਸ ਲਈ ਇਹ ਵਪਾਰੀ ਸਰਮਾਏਦਾਰਾਂ ਦੇ ਹੱਕ 'ਚ ਸਰਕਾਰ ਆ, ਉਹਨਾਂ ਦੇ ਹੱਕ 'ਚ ਫੈਸਲਾ ਕਰ ਰਹੀ ਆ। ਦੂਸਰਾ ਫੈਸਲਾ ਜਿਹੜਾ ਬਿਜਲੀ ਬਿੱਲ ਦਾ ਕੀਤਾ, ਇਹਦੇ ਨਾਲ ਬਿਜਲੀ ਦਾ ਮੁਕੰਮਲ ਤੌਰ ਤੇ ਨਿੱਜੀਕਰਨ ਹੋ ਜਾਣਾ। ਜਿਹੜੀਆਂ ਸਹੂਲਤਾਂ ਸਬਸਿਡੀਆਂ ਸਟੇਟ ਗਵਰਨਮੈਂਟਾਂ ਥੋੜ੍ਹੀਆਂ ਬਹੁਤੀਆਂ ਦੇਣਾ ਵੀ ਚਾਹੁੰਦੀਆਂ ਨੇ, ਉਹ ਨਹੀਂ ਦੇ ਸਕਣਗੀਆਂ। ਸਟੇਟਾਂ ਕੋਲ ਇੰਨੀ ਸ਼ਕਤੀ ਹੈ ਨਹੀਂ, ਸਟੇਟਾਂ ਕੋਲ ਇੰਨਾ ਪੈਸਾ ਹੀ ਹੈ ਨਹੀਂਗਾ ਵੀ ਉਹ ਆਪਣੇ ਲੋਕਾਂ ਨੂੰ ਕੁਝ ਰਾਹਤ ਦੇ ਸਕਣ। ਉਹਨਾਂ ਦਾ ਅਧਿਕਾਰ ਵੀ ਕੇਂਦਰ ਨੇ ਆਪਣੇ ਕੋਲ ਲੈ ਲਿਆ ਵੀ ਪਹਿਲਾਂ ਮੀਟਰ ਲੱਗਣਗੇ, ਮੀਟਰ ਦਾ ਬਿੱਲ ਤਾਰੋ, ਗਰੀਬ ਕੋ ਤਰਨਾ ਹੀ ਨਹੀਂਗਾ, ਨਾ ਕਿਸਾਨਾਂ ਕੋ ਤਰਨਾ। ਸਬਸਿਡੀਆਂ ਕੇਂਦਰ ਸਰਕਾਰ ਦੇਣ ਜੋਗੀ, ਸਟੇਟ ਗਵਰਨਮੈਂਟ ਦੇਣ ਜੋਗੀ ਹੈ ਨਹੀਂਗੀ। ਇਸੇ ਤਰ੍ਹਾਂ ਜਿਹੜਾ ਬਿੱਲ ਵਾ ਭਈ ਕਿਸਾਨੀ ਦਾ ਜਿਹੜਾ ਜੀ ਉਹ ਠੇਕੇ ਤੇ ਆਧਾਰਿਤ ਕਰ ਦਿਓ, ਕੰਟਰੈਕਟ ਜਿਹੜੀ ਆ ਉਹ ਕਰ ਦਿਓ। ਉਹਦੇ ਨਾਲ ਵੀ ਕਿਸਾਨਾਂ ਦੀ ਆਮਦਨੀ ਭਰਦੀ ਆ, ਉਹਦੇ ਨਾਲ ਕਿਸਾਨਾਂ ਨੂੰ ਖੇਤੀ ਚੋਂ ਕੱਢਣ ਦੀ ਚਾਲ ਵਾ ਕਿ ਖੇਤੀ ਵਿੱਚੋਂ ਭਜਾਤੇ ਜਾਣ ਜਿੰਨੇ ਕਿਸਾਨ ਨੇ। ਇਸ ਲਈ ਬਹੁਤ ਖਤਰਨਾਕ ਰੁਝਾਨ ਵਾ। ਇਸ ਤੋਂ ਜਿੰਨੀ ਛੇਤੀ ਇਹ ਬਚਣਾ ਚਾਹੀਦਾ। ਸਾਡੇ ਲੇਖਕਾਂ ਨੂੰ, ਸਾਡੇ ਬੁੱਧੀਜੀਵੀਆਂ ਨੂੰ ਡਟ ਕੇ ਖਲੋਣਾ ਚਾਹੀਦਾ ਤੇ ਲੋਕਾਂ ਨੂੰ ਬਚਾਉਣਾ ਚਾਹੀਦਾ। ਮੋਰ ਪਾਵਰ ਟੂ ਸਟੇਟ ਵਾਸਤੇ ਵੀ ਤੇ ਕਿਸਾਨੀ ਨੂੰ ਬਚਾਉਣ ਵਾਸਤੇ ਵੀ, ਬਿਜਲੀ ਬਿੱਲ ਨੂੰ ਬਚਾਉਣ ਵਾਸਤੇ ਵੀ, ਕਿਸਾਨਾਂ ਸਟੇਟਾਂ ਦੇ ਅਧਿਕਾਰ ਬਚਾਉਣ ਵਾਸਤੇ ਵੀ। ਇੰਨੀ ਮੇਰੀ ਤਗੜੇ ਹੋ ਕੇ ਸਾਨੂੰ ਖਲੋਣਾ ਚਾਹੀਦਾ। ਭਲਾਈ ਹੋਣਾ ਦਾ ਬਹੁਤ ਧੰਨਵਾਦ। ਓਕੇ, ਸਰ ਗਿਆਨ ਸਿੰਘ ਉਹਨਾਂ ਨੂੰ ਬੇਨਤੀ ਕਿ ਉਹ ਕਨਕਲੂਡ ਕਰਨ ਔਰ ਸਾਰਿਆਂ ਦਾ ਧੰਨਵਾਦ ਕਰਨ। ਸਾਰੇ ਹੀ ਕਾਲੋਨਵੀਜ਼ ਮੰਚ ਦੇ ਮੈਂਬਰ ਸਾਹਿਬਾਨ ਜਿਹੜੇ ਅੱਜ ਵੱਖ-ਵੱਖ ਥਾਵਾਂ ਤੋਂ ਸਾਡੇ ਨਾਲ ਆਨਲਾਈਨ ਜੁੜੇ ਆ, ਬੜੀ ਖੁਸ਼ੀ ਹੋਈ ਹੈ ਕਿ ਬੜੇ ਭਖਦੇ ਮੁੱਦੇ ਲੈ ਕੇ ਅਸੀਂ ਸਾਰੇ ਲੋਕਾਂ ਨੇ ਚਰਚਾ ਕੀਤੀ ਹੈ। ਪਰ ਇਹਨਾਂ ਦੀ ਜ਼ਰੂਰਤ ਵੀ ਸੀ। ਕੇਂਦਰ ਸਰਕਾਰ ਨੇ ਜੋ ਕੋਰੋਨਾ ਵਾਇਰਸ ਦਾ ਨਿਜ਼ਾਮ ਚੱਲ ਰਿਹਾ, ਇਹਦੇ ਆਲਮ ਦੇ ਵਿੱਚ ਜਿਹੜਾ ਫਸਿਆ ਹੋਇਆ, ਇਹਦੇ ਕਰਕੇ ਜੋ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਬਹੁਤ ਮੰਦਭਾਗੀ ਹੈ। ਇਹਦੇ ਬਾਰੇ ਸਾਰਿਆਂ ਨੇ ਜੋ ਚਰਚਾ ਕੀਤੀ, ਸਾਰਿਆਂ ਨੂੰ ਚਾਹੀਦਾ ਕਿ ਆਪਣੀ ਕਲਮ ਨੂੰ ਉਠਾਓ ਤੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਜੇ ਅਸੀਂ ਕੋਈ ਯਤਨ ਕਰ ਸਕੀਏ ਸਭ ਤੋਂ ਵਧੀਆ ਹੋਏਗਾ। ਤੇ ਜਿਹੜੇ ਅੱਜ ਦੀ ਇਸ ਪਰਿਚਰਚਾ ਵਿੱਚ ਸ਼ਾਮਲ ਹੋਏ ਆ, ਸਾਰਿਆਂ ਦਾ ਹੀ ਕਾਲੋਨਵੀਜ਼ ਮੰਚ ਵੱਲੋਂ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ ਸਾਹਿਬ ਗਿਆਨ ਸਿੰਘ ਜੀ। ਖਾਸ ਤੌਰ ਤੇ ਧੰਨਵਾਦ ਸਾਹਿਬ ਪ੍ਰਵਿੰਦਰਜੀਤ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਇਸ ਮੀਟਿੰਗ ਨੂੰ ਟੈਕਨੀਕਲੀ ਆਰਗੇਨਾਈਜ਼ ਕਰਨ ਦਾ ਯਤਨ ਕੀਤਾ ਔਰ ਸਾਡਾ ਇਹ ਪਹਿਲਾ ਕਦਮ ਸੀ। ਕੋਸ਼ਿਸ਼ ਕਰਾਂਗੇ ਅਗਲੇ ਸਮੇਂ ਦੇ ਵਿੱਚ, ਅਗਲੇ ਹਫ਼ਤੇ ਜਾਂ ਕੁਝ ਦਿਨ ਬਾਅਦ ਇਸ ਨੂੰ ਅੱਗੋਂ ਤੋਰ ਸਕੀਏ। ਮੈਂ ਖਾਸ ਤੌਰ ਤੇ ਗੁਰਚਰਨ ਨੂਰਪੁਰ ਹੁਣਾਂ ਦਾ ਬੜਾ ਧੰਨਵਾਦੀ ਹਾਂ ਕਿ ਜਦੋਂ ਵੀ ਕਦੇ ਉਹਨਾਂ ਨਾਲ ਕਿਸੇ ਵਿਸ਼ੇ ਬਾਰੇ ਗੱਲ ਕਰੀਦੀ ਆ, ਉਹਨਾਂ ਵੱਲੋਂ ਬੜਾ ਅੱਛਾ ਰਿਸਪੌਂਸ ਹੁੰਦਾ ਔਰ ਇਹ ਯਤਨ ਹੁੰਦਾ ਉਹਨਾਂ ਵੱਲੋਂ ਕਿ